ਜੜ ਦੇ ਕੀੜੇ। ਕਹਾਣੀਕਾਰ ਇਲਿਆਸ ਘੁੰਮਣ। ਐਤਕੀ ਮੈਂ ਪਿੰਡ ਗਿਆ ਤਾਂ ਦੂਜੇ ਦਿਨ ਆਪਣੇ ਨਿੱਕੇ ਭਰਾ ਨੂੰ ਵਿਹੜੇ ਵਿੱਚ ਪਰੇਸ਼ਾਨ ਖਲੋਤਾ ਵੇਖਿਆ। ਮੈਨੂੰ ਕਮਰੇ ਵਿੱਚੋਂ ਬਾਹਰ ਨਿਕਲਦੇ ਵੇਖ ਕੇ ਉਹ ਬੋਲਿਆ, ਭਾਈ ਜੀ, ਇਹ ਵੇਖਣਾ ਜਾਮਨੂੰ ਦੇ ਰੁੱਖ ਨੂੰ ਫੇਰ ਕੀੜਾ ਲੱਗ ਗਿਆ ਹੈ। ਕਈ ਸਾਲ ਪਹਿਲਾਂ ਤੁਸਾਂ ਹੀ ਇਹਦਾ ਇਲਾਜ ਕਰਵਾਇਆ ਸੀ। ਦੱਸੋ ਕਿਹੜੀ ਖਾਸ ਕੀੜੇ ਮਾਰ ਦਵਾਈ ਪਾਈ ਸੀ। ਮੈਂ ਅਗਾਂਹ ਹੋ ਕੇ ਜਾਮਨੂੰ ਦੇ ਡਾਹਣ ਵੱਲ ਉੱਥੋਂ ਵੇਖਿਆ ਜਿੱਧਰ ਉਹ ਆਪਣੀ ਉਂਗਲ ਨਾਲ ਇਸ਼ਾਰਾ ਕਰ ਰਿਹਾ ਸੀ। ਸੱਚੀ ਮੁੱਚੀ ਉੱਥੇ ਥਾਂ ਥਾਂ ਅੰਦਰੋਂ ਲੱਕੜ ਖਾ ਕੇ ਕੀੜੇ ਦਾ ਬਾਹਰ ਕੱਢਿਆ ਗੰਧ ਲਮਕ ਰਿਹਾ ਸੀ। ਮੈਂ ਇੱਕ ਨਜ਼ਰ ਵਿੱਚ ਸਭ ਕੁਝ ਜਾਣ ਗਿਆ ਤੇ ਹੌਲੀ ਜਿਹੀ ਆਖਿਆ, ਆਹੋ, ਵਾਕਈ ਜਾਮਨੂੰ ਨੂੰ ਫੇਰ ਉਹੀਓ ਬਿਮਾਰੀ ਲੱਗ ਗਈ ਏ। ਨਾਲ ਹੀ ਮੇਰੀਆਂ ਨਜ਼ਰਾਂ ਜਾਮਨੂੰ ਦੇ ਦੋਹਾਂ ਡਾਹਣਾਂ ਉੱਤੇ ਭੌਂਦੀਆਂ ਚਲੀਆਂ ਗਈਆਂ। ਦੋਹਾਂ ਡਾਹਣਾਂ ਉੱਤੇ ਥੱਲਿਓਂ ਲੈ ਕੇ ਉੱਤੇ ਤੀਕਰ ਬੇਸ਼ੁਮਾਰ ਨਿੱਕੇ ਨਿੱਕੇ ਟੋਏ ਤੇ ਮੋਰੀਆਂ ਦਿਸ ਰਹੀਆਂ ਸਨ। ਬਿਲਕੁਲ ਕਿਸੇ ਮਾਤਾ ਦੇ ਸ਼ਿਕਾਰ ਬਣਨ ਵਾਲੇ ਇਨਸਾਨ ਦੇ ਜੁੱਸੇ ਉੱਤੇ ਮੌਜੂਦ ਪੱਕੇ ਪੀੜੇ ਨਿਸ਼ਾਨ ਵਾਂਗੂ। ਪਰ ਮੈਂ ਜਾਣਦਾ ਸਾਂ ਕਿ ਇਹ ਨਿਸ਼ਾਨ ਬਹੁਤ ਪੁਰਾਣੇ ਨੇ, ਉਦੋਂ ਦੇ ਜਦੋਂ ਜਾਮਨੂੰ ਉੱਤੇ ਕੀੜੀਆਂ ਦਾ ਪਹਿਲੀ ਵਾਰ ਬਹੁਤ ਹੀ ਵੱਡਾ ਹਮਲਾ ਹੋਇਆ ਸੀ। ਬਾਹਰੋਂ ਕੋਈ ਆਦਮੀ ਸਾਡੇ ਪਿੰਡ ਵਾਲੇ ਘਰ ਆਏ ਤਾਂ ਉਹ ਵਿਹੜੇ ਵੱਲ ਵੇਖ ਕੇ ਇਹੋ ਆਖੇਗਾ ਕਿ ਇੱਥੇ ਜਾਮਨੂੰ ਦੇ 2 ਰੁੱਖ ਉੱਗੇ ਨੇ। ਪਰ ਸਾਡੇ ਘਰ ਦੇ ਸਾਰੇ ਜੀਅ ਚੰਗੀ ਤਰ੍ਹਾਂ ਜਾਣਦੇ ਨੇ ਕਿ ਇਹ ਅਸਲ ਵਿੱਚ ਇੱਕ ਹੀ ਰੁੱਖ ਹੈ। ਮੈਂ ਤਾਂ ਵੇਰਵਾ ਵੀ ਦੱਸਦਾ ਜਾਵਾਂ। ਅਸੀਂ ਨਿੱਕੇ ਨਿੱਕੇ ਸਾਂ ਕਿ ਇੱਕ ਵਾਰੀ ਅੱਬਾ ਜੀ ਚਨਾਹ ਲਾਗੇ ਦੀ ਆਪਣੀ ਜ਼ਮੀਨ ਵਿੱਚ ਉੱਗੇ ਜਾਮਨੂਆਂ ਤੋਂ ਚੰਗੀ ਝੋਲੀ ਭਰ ਕੇ ਜਾਮਨੂੰ ਲਾ ਲਿਆਏ। ਅਸੀਂ ਸਾਰੇ ਭਰਾ ਉਹਨਾਂ ਨੂੰ ਧੋ ਕੇ ਤੇ ਉੱਤੇ ਲੂਣ ਧੂੜ ਕੇ ਉਹਨਾਂ ਚਿਰ ਖੱਟ ਮਿੱਠੇ ਜਾਮ ਨੂੰ ਖਾਂਦੇ ਰਹੇ ਜਦੋਂ ਤੱਕ ਉਹਨਾਂ ਦੇ ਨਾਲ ਭਰੇ ਕੁੱਜੇ ਦਾ ਜਾਮ ਨੂੰ ਰੰਗ ਰੰਗਿਆ ਥੱਲਾ ਨਾ ਦਿਸਣ ਡੈ ਪਿਆ ਤੇ ਸਾਡੇ ਅੱਗੇ ਜਾਮ ਨੂੰ ਰੰਗੀਆਂ ਗਿਟਕਾਂ ਦੀ ਢੇਰੀ ਨਾ ਲੱਗ ਗਈ। ਸਾਡੇ ਵਿੱਚੋਂ ਕੋਈ ਭਰਾ ਪਰਾਤ ਵਿੱਚ ਇਹ ਗਿਟਕਾਂ ਪਾ ਕੇ ਬਾਹਰ ਰੂੜੀ ਉੱਤੇ ਸੁੱਟਣ ਲਿਆਇਆ। ਟੁਰਿਆ ਤਾਂ ਅੰਮਾ ਜੀ ਬੋਲੇ, ਵਿਹੜੇ ਵਿੱਚ ਕਦੋਂ ਦੀ ਕਿਆਰੀ ਬਣਾਈ ਏ, ਪਰ ਕਿਸੇ ਨੂੰ ਵੀ ਕੋਈ ਬੂਟਾ ਲਾਉਣ ਦੀ ਤੌਫੀਕ ਨਹੀਂ ਹੋਈ। ਕੁਝ ਗਿਟਕਾਂ ਇਹਦੇ ਵਿੱਚ ਹੀ ਸੁੱਟ ਦੇ, ਹੋ ਸਕਦਾ ਹੈ ਇੱਥੇ ਜਾਮਨੂੰ ਹੀ ਫੁੱਟ ਪਵੇ। ਫਿਰ ਕਿਸੇ ਹੋਰ ਵੱਲੋਂ ਇਸ ਗੱਲ ਉੱਤੇ ਅਮਲ ਕਰਨ ਤੋਂ ਪੌਂਦ ਉਹਨਾਂ ਆਪ ਹੀ ਪਰਾਤ ਵਿੱਚੋਂ ਭਿੱਜੀਆਂ ਗਿਟਕਾਂ ਦੀ ਇੱਕ ਮੁੱਠ ਭਰੀ ਤੇ ਜਾ ਕੇ ਕਿਆਰੀ ਵਿੱਚ ਉਹਨਾਂ ਨੂੰ ਇੰਜ ਖਿਲਾਰ ਦਿੱਤਾ ਜਿਵੇਂ ਉਹ ਚੂਚਿਆਂ ਅੱਗੇ ਦਾਣੇ ਖਿਲਾਰਦੇ ਸਨ। ਸਾਡੇ ਵਿੱਚੋਂ ਕਿਸੇ ਨੇ ਵੀ ਉਹਨਾਂ ਦੀ ਇਸ ਹਰਕਤ ਨੂੰ ਕੋਈ ਅਹਿਮੀਅਤ ਨਾ ਦਿੱਤੀ, ਕਿਉਂ ਜੇ ਸਾਡੇ ਵਿੱਚੋਂ ਕਿਸੇ ਨੂੰ ਵੀ ਘਰ ਵਿੱਚ ਬੂਟੇ ਉਗਾਉਣ ਦਾ ਉੱਕਾ ਕੋਈ ਸ਼ੌਕ ਨਹੀਂ ਸੀ। ਸਗੋਂ ਸਾਨੂੰ ਤਾਂ ਇਹ ਕਿਆਰੀ ਵੀ ਫਜ਼ੂਲ ਲੱਗਦੀ ਸੀ। ਅੰਮਾ ਜੀ ਦੀਆਂ ਖਿਲਾਰੀਆਂ ਗਿਟਕਾਂ ਦੀ ਗੱਲ ਕਿਸੇ ਦੇ ਚੇਤੇ ਵੀ ਨਾ ਰਹੀ। ਆਲੇ ਦੁਆਲੇ ਦੇ ਫਰਸ਼ ਦੀ ਸਫਾਈ ਵੇਲੇ ਉੱਡਣ ਵਾਲੀ ਮਿੱਟੀ ਤੇ ਘੱਟੇ ਨਾਲ ਕਿਆਰੀ ਵਿੱਚ ਪਈਆਂ ਗਿਟਕਾਂ ਆਪਣੇ ਆਪ ਹੀ ਦਬ ਕੱਤੀਆਂ। ਫੇਰ ਬਾਰਿਸ਼ਾਂ ਦਾ ਮੌਸਮ ਆ ਗਿਆ ਤੇ ਇੱਕ ਵਾਰ ਸਾਰੀ ਰਾਤ ਮੀਂਹ ਪੈਂਦਾ ਰਿਹਾ। ਸਵੇਰੇ ਅਸੀਂ ਉੱਠੇ ਤਾਂ ਇਹ ਵੇਖ ਕੇ ਹੈਰਾਨ ਰਹਿ ਗਏ ਕਿ ਵਿਹੜੇ ਦੀ ਕਿਆਰੀ ਦੇ ਇੱਕ ਪਾਸੇ ਤੋਂ ਲੈ ਕੇ ਦੂਜੇ ਤੀਕਰ ਕਈ ਨਿੱਕੀਆਂ ਨਿੱਕੀਆਂ ਕਰੋਂਬਲਾਂ ਮੂੰਹ ਬਾਹਰ ਕੱਢੇ ਹੋਏ ਸਨ। ਇਹ ਸਭ ਕੁਝ ਵੇਖ ਕੇ ਸਾਨੂੰ ਤੇ ਹੈਰਾਨੀ ਹੋਈ ਸੀ, ਪਰ ਅੰਮਾ ਜੀ ਦੀਆਂ ਅੱਖਾਂ ਵਿੱਚ ਇਹਨਾਂ ਨੂੰ ਵੇਖ ਕੇ ਬਹੁਤ ਚਮਕ ਆ ਗਈ। ਹੌਰੇ ਇੱਕ ਬੰਜਰ ਕਿਆਰੀ ਦੀ ਕੁੱਖ ਹਰੀ ਹੋਈ ਵੇਖ ਕੇ ਉਹਨਾਂ ਨੂੰ ਕਿੰਨਾ ਚਾਅ ਚੜਿਆ ਸੀ। ਸਾਡੀ ਹੈਰਾਨੀ ਤਾਂ ਛੇਤੀ ਮੁੱਕ ਗਈ ਤੇ ਅਸੀਂ ਬੂਟਿਆਂ ਤੋਂ ਬੇਪਰਵਾਹ ਹੋ ਗਏ। ਕਈ ਨਵੇਂ ਫੁੱਟੇ ਬੂਟੇ ਸਾਡੀ ਇਸ ਬੇਧਿਆਨੀ ਦਾ ਸ਼ਿਕਾਰ ਬਣੇ। ਕੋਈ ਪੈਰਾਂ ਥੱਲੇ ਆ ਕੇ ਮਿੱਧਿਆ ਗਿਆ, ਕਿਸੇ ਦੇ ਕੂਲੇ ਪੱਤਰ ਚੂਚਿਆਂ ਠੂੰਗੇ ਮਾਰ ਮਾਰ ਖੋ ਖਾਦੇ। ਰਹਿੰਦੇ ਰਹਿੰਦੇ ਕਿਆਰੀ ਵਿੱਚ ਨਿਰਾ ਇੱਕ ਬੂਟਾ ਹੀ ਬਚਿਆ ਰਹਿ ਗਿਆ। ਇਹ ਇੱਕ ਅਜਬ ਬੂਟਾ ਸੀ। ਇਹ ਜਿਸ ਗਿਟਕ ਤੋਂ ਫੁੱਟਿਆ ਸੀ ਉਹ ਅੱਧੀ ਭੋਏ ਤੋਂ ਬਾਹਰ ਨਿਕਲੀ ਨਜ਼ਰ ਆਉਂਦੀ ਸੀ। ਇਹ ਆਮ ਗਿਟਕਾਂ ਤੋਂ ਵੱਡੀ ਸੀ, 2 ਗਿਟਕਾਂ ਜਿੱਡੀ ਇਕੱਲੀ ਗਿਟਕ। ਫੇਰ ਸਭ ਤੋਂ ਅਚਰਜ ਗੱਲ ਇਹ ਸੀ ਕਿ ਇਸ ਗਿਟਕ ਵਿੱਚੋਂ ਇੱਕੋ ਵੇਲੇ 2 ਵੱਖੋ ਵੱਖ ਤਣੇ ਫੁੱਟ ਰਹੇ ਸਨ। ਦੂਜੇ ਬੂਟਿਆਂ ਨਾਲ ਬੀਤੀ ਵੇਖ ਕੇ ਅੰਮਾ ਜੀ ਇਹ ਕੀਤਾ ਕਿ ਇੱਕ ਨੁੱਕਰ ਤੇ ਉੱਗੇ ਇਸ ਬੂਟੇ ਨੂੰ ਪੁੱਟ ਕੇ ਕਿਆਰੀ ਦੇ ਅਸਲੋਂ ਵਿਚਕਾਰ ਟੋਇਆ ਕੱਢ ਕੇ ਲਾ ਦਿੱਤਾ। ਇਹਦੇ ਆਲੇ ਦੁਆਲੇ ਇੱਟਾਂ ਦੀ ਵਲਗਣ ਬਣਾ ਕੇ ਨਾਲ ਕੰਢੇ ਲਾ ਦਿੱਤੇ ਤੇ ਬੜੇ ਧਿਆਨ ਨਾਲ ਇਹਨੂੰ ਰੋਜ਼ਾਨਾ ਪਾਣੀ ਦੇਣ ਡੈ ਪਈ।
ਅਸਾਂ ਫੇਰ ਵੀ ਕਦੇ ਉਸ ਬੂਟੇ ਦੀ ਪਰਵਾਹ ਨਾ ਕੀਤੀ। ਅੰਮਾ ਜੀ ਦੇ ਕਈ ਵਾਰ ਆਖਣ ਮਗਰੋਂ ਕਦੇ ਕਦਾਈ ਸਾਡੇ ਵਿੱਚੋਂ ਕੋਈ ਇਹਦੇ ਥੱਲੇ ਇੱਕ ਅੱਧੀ ਬਾਲਟੀ ਪਾਣੀ ਡੋਲ ਦਿੰਦਾ। ਸਾਨੂੰ ਜਾਮਨੂ ਦੇ ਗੁਣਾਂ ਦਾ ਕਈ ਵਰੇ ਮਗਰੋਂ ਉਦੋਂ ਅਹਿਸਾਸ ਹੋਇਆ ਜਦੋਂ ਪਹਿਲੀ ਵਾਰ ਉਹਦੇ ਉੱਤੇ ਫਲ ਲੱਗਾ, ਉਹ ਵੀ ਇਸ ਲਈ ਕਿ ਉਹਦੇ ਜਾਮਨੂ ਪੱਕੇ ਤਾਂ ਉਹ ਚੋਖੇ ਹੀ ਮਿੱਠੇ ਨਿਕਲੇ। ਅਸੀਂ ਸਾਰੇ ਭਰਾ ਰਲ ਕੇ ਉਹਨਾਂ ਨੂੰ ਲਾ ਖਾਂਦੇ। ਉਸ ਵੇਲੇ ਅੰਮਾ ਜੀ ਦੀਆਂ ਅੱਖਾਂ ਵਿੱਚ ਲਿਸ਼ਕ ਵੇਖਣ ਵਾਲੀ ਹੁੰਦੀ। ਉਹ ਹਰ ਇੱਕ ਨੂੰ ਆਖਦੇ, ਇਹ ਸਾਰੀ ਇਸ ਮਿੱਟੀ ਦੀ ਤਾਸੀਰ ਏ, ਇਹ ਮਿੱਠਤ ਉਸੇ ਦੀ ਏ। ਅੱਬਾ ਜੀ ਸਿਰਫ ਇਹ ਗੱਲ ਵੇਖ ਕੇ ਹੈਰਾਨ ਹੋਏ ਕਿ ਅੰਮਾ ਜੀ ਜਿਹੜੇ ਹਮੇਸ਼ਾ ਬਾਲਾਂ ਦੇ ਗਲੇ ਖਰਾਬ ਹੋਣ ਦੇ ਡਰ ਤੋਂ ਸਾਨੂੰ ਕਿਸੇ ਵੀ ਉਸ ਫਲ ਦੇ ਨੇੜੇ ਨਹੀਂ ਸੀ ਜਾਣ ਦਿੰਦੇ ਜਿਹਦੇ ਵਿੱਚ ਥੋੜੀ ਜਿਹੀ ਵੀ ਖਟਿਆਈ ਹੁੰਦੀ, ਤੇ ਹੁਣ ਸਾਨੂੰ ਧੜਾ ਧੜ ਕੱਚੇ ਪੱਕੇ ਜਾਮਨੂ ਖਾਣ ਤੋਂ ਉੱਕਾ ਨਹੀਂ ਸੰਠਾਕ ਰਹੇ। ਅੰਮਾ ਜੀ ਨੇ ਇਹਦੀ ਵੱਖਰੀ ਵਜ੍ਹਾ ਦੱਸੀ। ਆਖੇ ਆਪਣੇ ਵਿਹੜੇ ਉੱਗੇ ਬੂਟੇ ਦਾ ਫਲ ਮੇਰੇ ਬੱਚਿਆਂ ਨੂੰ ਨੁਕਸਾਨ ਨਹੀਂ ਪੜਾ ਸਕਦਾ। ਅੱਬਾ ਜੀ ਨੇ ਦਿਲੋਂ ਇਹ ਗੱਲ ਮੰਨੀ ਜਾਂ ਨਾ ਮੰਨੀ ਇਹਦਾ ਤਾਂ ਪੱਕ ਨਹੀਂ, ਪਰ ਉਹਨਾਂ ਆਪਣੇ ਵੱਲੋਂ ਸਾਨੂੰ ਕਦੇ ਵੀ ਜਾਮਨੂ ਖਾਣ ਤੋਂ ਰੋਕਣ ਦਾ ਯਤਨ ਨਾ ਕੀਤਾ। ਸਗੋਂ ਲੱਗਿਆ ਕਿ ਜਾਮਨੂ ਬਾਰੇ ਉਹਨਾਂ ਦੇ ਮਨ ਵਿੱਚ ਵੀ ਪ੍ਰੀਤ ਜਾਗ ਪਈ ਏ। ਉਹਦਾ ਪਹਿਲੀ ਵਾਰ ਉਦੋਂ ਸ਼ੱਕ ਪਿਆ ਜਦੋਂ ਉਹਨਾਂ ਈਦ ਉੱਤੇ ਕੁਰਬਾਨੀ ਦੇਣ ਲਈ ਲਿਆਂਦੇ ਛਤਰੇ ਨੂੰ ਜਾਮਨੂ ਦੇ ਮੁੱਢ ਜ਼ਿਬਾ ਕਰਵਾਇਆ। ਮਗਰੋਂ ਪਤਾ ਲੱਗਾ ਕਿ ਅਸਲ ਵਿੱਚ ਉਹ ਕਿਸੇ ਸਿਆਣੇ ਕੋਲੋਂ ਸੁਣ ਆਏ ਸਨ ਕਿ ਜਾਨਵਰਾਂ ਦਾ ਖੂਨ ਫਲਦਾਰ ਰੁੱਖ ਲਈ ਡਾਢਾ ਲਾਹੇਵੰਦ ਹੁੰਦਾ ਹੈ। ਫਿਰ ਤਾਂ ਸਾਡੇ ਘਰ ਕੁੱਕੜ ਵੀ ਹਲਾਲ ਹੁੰਦਾ ਤਾਂ ਉਹਦੀ ਰੱਤ ਵੀ ਜਾਮਨੂ ਦੀਆਂ ਜੜ੍ਹਾਂ ਵਿੱਚ ਹੀ ਜਾਂਦੀ। ਮੇਰਾ ਖਿਆਲ ਹੈ ਕਿ ਉਹਨਾਂ 8-10 ਸਾਲਾਂ ਵਿੱਚ ਜਾਮਨੂ ਨੂੰ ਰੱਤ ਦੇਣ ਵਾਲੇ ਸਾਡੇ ਘਰ ਦੇ ਜਾਨਵਰਾਂ ਦੀ ਗਿਣਤੀ ਹਜ਼ਾਰਾਂ ਵਿੱਚ ਨਹੀਂ ਤਾਂ ਸੈਂਕੜਿਆਂ ਵਿੱਚ ਜ਼ਰੂਰ ਹੋਵੇਗੀ। ਹੁਣ ਤਾਂ ਅਸੀਂ ਸਾਰੇ ਵੀ ਜਾਮਨੂ ਦੀ ਚੰਗੀ ਟਹਿਲ ਸੇਵਾ ਕਰਦੇ। ਕੋਈ ਦਰਿਆਈ ਭੜ ਲਿਆ ਕੇ ਉਹਦੇ ਮੁੱਢ ਰੱਖਦਾ, ਕੋਈ ਮੱਲੜ ਪਾਉਂਦਾ ਤੇ ਕੋਈ ਪਾਣੀ ਦਿੰਦਾ। ਜਾਮਨੂ ਨੂੰ ਪਾਣੀ ਦੇਣ ਲਈ ਹੁਣ ਕਦੇ ਅੰਮਾ ਜੀ ਨੂੰ ਸਾਨੂੰ ਆਖਣਾ ਨਾ ਪੈਂਦਾ, ਸਗੋਂ ਆਪਣੇ ਆਪ ਹੀ ਸਾਰੇ ਕੰਮ ਹੁੰਦੇ ਵੇਖ ਕੇ ਉਹ ਰਾਜ਼ੀ ਰਹਿੰਦੇ। ਹਾਂ, ਉਹਨਾਂ ਨੂੰ ਉਦੋਂ ਜ਼ਰੂਰ ਤਕਲੀਫ ਹੁੰਦੀ ਜਦੋਂ ਜਾਮਨੂ ਦੀ ਕਿਸੇ ਡਾਹਣੀ ਨੂੰ ਕੋਈ ਤੋੜਦਾ ਜਾਂ ਵੱਢਦਾ। ਪਤਾ ਨਹੀਂ ਕੀ ਗੱਲ ਸੀ, ਜਾਮਨੂ ਤੋਂ ਫਲ ਤੋਂ ਅੱਡ ਇੱਕ ਪੱਤਰ ਲਾਂਦਿਆਂ ਵੇਖ ਕੇ ਵੀ ਉਹ ਢੇਰ ਦੁਖੀ ਹੋ ਜਾਂਦੇ। ਪਰ ਮੇਰੇ ਇੱਕ ਵੱਡੇ ਭਰਾ ਦੀ ਇਹ ਹੱਟ ਸੀ ਕਿ ਜਾਮਨੂ ਦੇ ਦੋਵੇਂ ਡਾਹਣ ਵੱਖ-ਵੱਖ ਦਿਸਣੇ ਚਾਹੀਦੇ ਨੇ ਤੇ ਬੂਟੇ ਨੂੰ ਥੱਲੇ ਹੀ ਖਿਲਰ ਜਾਣ ਦੀ ਥਾਂ ਬਹੁਤ ਉੱਚਾ ਜਾਣਾ ਚਾਹੀਦਾ ਹੈ। ਕਿਸੇ ਕੋਲੋਂ ਪੁੱਛਣ ਤੇ ਉਹਨੂੰ ਪਤਾ ਚੱਲਿਆ ਸੀ ਕਿ ਜਾਮਨੂ ਦੇ ਡਾਹਣ ਮਜ਼ਬੂਤ ਕਰਨ ਲਈ ਉਹਨਾਂ ਨੂੰ ਮੁੱਢ ਤੋਂ ਲੈ ਕੇ ਉੱਤੋਂ ਤੀਕ ਪਛਣਾ ਚਾਹੀਦਾ ਹੈ। ਉਹ 1-2 ਮਹੀਨੇ ਬਾਅਦ ਕੁਹਾੜੀ ਫੜਦਾ ਤੇ ਥੱਲਿਓਂ ਲੈ ਕੇ ਉੱਤੋਂ ਤਿੱਕਰ ਜਾਮਨੂ ਦੇ ਡਾਹਣਾਂ ਨੂੰ ਨਿੱਕੇ-ਨਿੱਕੇ ਪੱਛ ਲਾ ਦਿੰਦਾ। ਜਾਮਨੂ ਨੂੰ ਪੱਛੀ ਹੋਇਆ ਵੇਖ ਕੇ ਅੰਮਾ ਜੀ ਹਰ ਵਾਰ ਬਹੁਤ ਹੀ ਪਰੇਸ਼ਾਨ ਹੋ ਜਾਂਦੇ। ਅਖੀਰ ਉਹਨਾਂ ਨੇ ਵੀ ਕਿਸੇ ਕੋਲੋਂ ਇਹਦਾ ਹੱਲ ਪੁੱਛ ਲਿਆ। ਜਦੋਂ ਵੀ ਜਾਮਨੂ ਪੱਛਿਆ ਜਾਂਦਾ, ਉਹ ਮਸੱਲਣ ਨੂੰ ਘੁਆ ਕੇ ਇਹਨਾਂ ਪੱਛਾਂ ਉੱਤੇ ਗੋਇਆ ਫਿਰਵਾ ਦਿੰਦੇ, ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਕਿਸੇ ਜ਼ਖਮੀ ਇਨਸਾਨ ਨੂੰ ਮਲਮ ਦਾ ਲੇਪ ਕੀਤਾ ਜਾਂਦਾ ਹੈ। ਤੇ ਜਦ ਮੇਰਾ ਭਰਾ ਕੁਝ ਡਾਹਣੀਆਂ ਨੂੰ ਆਪਣੇ ਖਿਆਲ ਮੁਜਬ ਫਾਲਤੂ ਸਮਝ ਕੇ ਵੱਢਣ ਲੱਗਦਾ ਤੇ ਅੰਮਾ ਜੀ ਉਹਨੂੰ ਇਸ ਕੰਮ ਤੋਂ ਰੋਕਣ ਲਈ ਤਰਲੇ ਲੈਣ ਲੱਗ ਪੈਂਦੇ, ਵੇ ਭੈੜਿਆ ਨਾ ਵੱਢੀ, ਵੇਖ ਇਹ ਡਾਹਣੀ ਕਿੱਡੀ ਮੋਟੀ ਹੋ ਗਈ ਹੈ, ਸੋਹਣਿਆ ਇਹਦੇ ਉੱਤੇ ਤਾਂ ਬੜਾ ਫਲ ਲੱਗਦਾ ਹੈ, ਇਹਨੂੰ ਨਾ ਕੱਪੀ। ਮਿੰਨਤਾਂ ਕਰਨ ਦੇ ਇਸ ਨਿਮਾਣੇ ਕੰਮ ਵਿੱਚ ਅੰਮਾ ਜੀ ਦੇ ਨਾਲ ਉਹਨਾਂ ਦੀ ਮਾਂ ਤੇ ਸਾਡੀ ਨਾਨੀ ਜਿਹੜੀ ਨਾਲ ਦੇ ਵਿਹੜੇ ਵਿੱਚ ਰਹਿੰਦੀ ਸੀ ਉਹ ਵੀ ਆ ਰਲਦੀ। ਸਗੋਂ ਸਾਡੀਆਂ ਸਾਰੀਆਂ ਮਾਸੀਆਂ ਵੀ ਉਹਨਾਂ ਦਾ ਭਰਵਾਂ ਸਾਥ ਦਿੰਦੀਆਂ। ਉਹ ਸਾਰੀਆਂ ਮਾਵਾਂ ਧੀਆਂ ਜਾਮਨੂ ਦੀ ਚੰਗਾਈ ਹੁੰਦੀ ਵੇਖ ਕੇ ਇੰਝ ਤਕਲੀਫ ਮਹਿਸੂਸ ਕਰਦੀਆਂ ਜਿਵੇਂ ਇਹ ਫੱਟ ਉਹਨਾਂ ਦੇ ਕਿਸੇ ਸਕੇ ਸਾਕ ਦੇ ਵਜੂਦ ਉੱਤੇ ਲੱਗ ਰਹੇ ਹੋਣ। ਉਹ ਜਾਮਨੂ ਦੇ ਦੋਹਾਂ ਡਾਹਣਾਂ ਦਾ ਇੱਕੋ ਜਿਹਾ ਖਿਆਲ ਰੱਖਦੀਆਂ। ਅਸਲ ਵਿੱਚ ਜਾਮਨੂ ਦੇ ਵੱਡੇ ਹੋਣ ਦੇ ਨਾਲ ਇਹ ਦੋਵੇਂ ਡਾਹਣ ਦੋ ਉਲਟ ਬਾਹੀਆਂ ਵੱਲ ਥੋੜਾ ਉਲਰਨਾ ਸ਼ੁਰੂ ਹੋ ਗਏ ਸਨ। ਇੱਕ ਚੜ੍ਹਦੇ ਵੱਲ ਝੁੱਕ ਕੇ ਉਤਾਂ ਵਧਣ ਡੈ ਪਿਆ ਤੇ ਇੱਕ ਦਾ ਲਹਿੰਦੇ ਵੱਲ ਉਲਾਰ ਹੋ ਗਿਆ।
ਇੰਜ ਵੱਡੇ ਹੁੰਦਿਆਂ ਤਿੱਕਰ ਉਹਨਾਂ ਦਾ ਆਪ ਵਿਚਾਲੇ ਖੱਪਾ ਇੰਨਾ ਵੱਧ ਗਿਆ ਕਿ ਉਹ ਨਵੇਂ ਬੰਦੇ ਨੂੰ ਇੱਕ ਦੀ ਥਾਂ ਦੋ ਰੁੱਖ ਜਾਪਣ ਡੈ ਪਏ। ਪਰ ਅਚਰਜ ਗੱਲ ਇਹ ਸੀ ਕਿ ਦੋਹਾਂ ਵੱਡੇ ਡਾਹਣਾਂ ਦੇ ਇੰਨੇ ਦੂਰ ਹੋ ਜਾਣ ਦੇ ਬਾਵਜੂਦ ਵੀ ਉਹ ਉੱਤੇ ਜਾ ਕੇ ਖਿਲਰੇ ਤਾਂ ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਪ੍ਰਾਂਬਲਾਂ ਵੱਧਦੀਆਂ ਇੱਕ ਦੂਜੇ ਵਿੱਚ ਆ ਵੜੀਆਂ, ਜਿਵੇਂ ਗਲ ਮਿਲ ਕੇ ਆਖਣਾ ਚਾਹੁੰਦੀਆਂ ਹੋਣ, ਡਾਹਣ ਭਾਵੇਂ ਦੂਰ ਰਹਿਣ, ਅਸੀਂ ਤਾਂ ਮਿਲਾਂਗੀਆਂ। ਅਸੀਂ ਤਾਂ ਇੱਕ ਗਿਟਕ ਵਿੱਚੋਂ ਫੁੱਟੇ ਦੋਹਾਂ ਡਾਹਣਾਂ ਨੂੰ ਵੀ ਵੱਖ ਨਹੀਂ ਰਹਿਣ ਦੇਣਾ। ਤੇ ਡਾਹਣੀਆਂ ਆਪਣੇ ਇਸ ਮਕਸਦ ਵਿੱਚ ਕਾਮਯਾਬ ਵੀ ਰਹਿੰਦੀਆਂ। ਉਹ ਆਪਸ ਵਿੱਚ ਗਲਵੱਕੜੀਆਂ ਪਾਉਂਦੀਆਂ ਤੇ ਦੋਹਾਂ ਡਾਹਣਾਂ ਦਾ ਉਤਲਾ ਖਲਾਰ ਇਸ ਤਰ੍ਹਾਂ ਇੱਕਮਿਕ ਹੋ ਜਾਂਦਾ ਕਿ ਸੂਰਜ ਦੀਆਂ ਰਿਸ਼ਮਾਂ ਨੂੰ ਵੀ ਉਹਨਾਂ ਵਿੱਚੋਂ ਲੰਘਣ ਲਈ ਥਾਂ ਨਾ ਲੱਭਦੀ। ਨਤੀਜਾ ਇਹ ਕਿ ਸਾਡੇ ਸਾਰੇ ਵਿਹੜੇ ਵਿੱਚ ਠੰਡੀ ਗੂੜੀ ਛਾਂ ਹੋ ਜਾਂਦੀ। ਇਹੋ ਜਿਹੀਆਂ ਮਲਾਪੜੀਆਂ ਪ੍ਰਾਂਬਲਾਂ ਹੀ ਮੇਰੇ ਭਰਾ ਨੂੰ ਫਾਲਤੂ ਲੱਗਦੀਆਂ ਤੇ ਕੁਹਾੜੀ ਕੱਢ ਕੇ ਉਹਨਾਂ ਦੇ ਮਗਰ ਪੈ ਜਾਂਦਾ। ਫਿਰ ਨਾ ਮਾਂ ਦਾ ਤਰਲਾ ਸੁਣਦਾ ਤੇ ਨਾ ਸਾਰੇ ਵਿਹੜੇ ਉੱਤੇ ਹੋਈ ਛਾਂ ਦਾ ਖਿਆਲ ਕਰਦਾ, ਸਗੋਂ ਉਦੋਂ ਤਿੱਕਰ ਡਾਹਣੀਆਂ ਉੱਤੇ ਵਾਰ ਕਰਦਾ ਰਹਿੰਦਾ ਜਦੋਂ ਤਿੱਕਰ ਉਹ ਸਾਰੀਆਂ ਬੇਜਾਨ ਹੋਈਆਂ ਥੱਲੇ ਨਾ ਡਿੱਗ ਪੈਂਦੀਆਂ। ਇਸ ਘੱਟ-ਵੱਧ ਮਗਰੋਂ ਦੋਹਾਂ ਵੱਡੇ ਡਾਹਣਾਂ ਦੀ ਤਰ੍ਹਾਂ ਇਹਨਾਂ ਦੀਆਂ ਰਹਿੰਦੀਆਂ ਬੱਚੀਆਂ ਨਿੱਕੀਆਂ ਡਾਹਣੀਆਂ ਦੇ ਵਿਚਕਾਰ ਵੀ ਵਿੱਥ ਚੋਖੀ ਵੱਧ ਜਾਂਦੀ ਤੇ ਸਾਰਾ ਵਿਹੜਾ ਡਾਢੀ ਧੁੱਪ ਨਾਲ ਸੜਨ ਲੱਗ ਪੈਂਦਾ। ਜਾਮਨੂ ਨਾਲ ਮੇਰੀ ਯਾਰੀ ਉਹਦੇ ਸਵਾਦੀ ਫਲ ਪਾਰੋਂ ਹੀ ਹੋਈ। ਖਾਸ ਤੌਰ ਗਰਮੀ ਦੀ ਰੁੱਤ ਵਿੱਚ ਜਦੋਂ ਕਦੇ ਮੀਂਹ ਵਸਦਾ ਤਾਂ ਉਹਦੇ ਮਗਰੋਂ ਉਹਦੇ ਜਾਮਨੂ ਬਹੁਤ ਹੀ ਮਿੱਠੇ ਤੇ ਠੰਡੇ ਠਾਰ ਹੁੰਦੇ। ਹਾਲਾਂ ਮੇਰੇ ਘਰ ਵਾਲੇ ਮੈਨੂੰ ਠਾਕਦੇ ਹੀ ਰਹਿੰਦੇ ਕਿ ਜਾਮਨੂ ਦੀਆਂ ਡਾਹਣੀਆਂ ਬਹੁਤ ਸੋਲ ਹੁੰਦੀਆਂ ਨੇ, ਬਹੁਤਾ ਭਾਰ ਨਹੀਂ ਝੱਲ ਸਕਦੀਆਂ। ਫਿਰ ਉੱਤੇ ਮੀਂਹ ਪੈਣ ਨਾਲ ਉੱਕਾ ਹੀ ਕੱਚੀਆਂ ਹੋ ਜਾਂਦੀਆਂ ਨੇ, ਇਸ ਲਈ ਇਹਦੇ ਉੱਤੇ ਨਾ ਚੜ੍ਹ। ਪਰ ਫਿਰ ਵੀ ਮੈਂ ਆਪਣੇ ਮੋਢੇ ਉੱਤੇ ਨਿੱਕੀ ਜਿਹੀ ਬਾਲਟੀ ਚਾੜ ਕੇ ਔਖਾ ਸੌਖਾ ਹੋ ਕੇ ਉੱਤੇ ਚੜ੍ਹਦਾ ਤੇ ਮੁੜ ਪੱਕੇ ਜਾਮਨੂਆਂ ਨਾਲ ਬਾਲਟੀ ਭਰ ਕੇ ਹੀ ਥੱਲੇ ਲੈਂਦਾ। ਮੇਰੇ ਜਾਮਨੂ ਉੱਤੇ ਚੜ੍ਹਨ ਨਾਲ ਕਦੇ ਕੋਈ ਡਾਹਣੀ ਨਾ ਟੁੱਟੀ। ਫਲ ਖਾਣ ਮਗਰੋਂ ਮੇਰਾ ਵੀ ਜਾਮਨੂ ਦੇ ਰੁੱਖ ਲਈ ਕੁਝ ਕਰਨ ਨੂੰ ਜੀ ਕਰਦਾ। ਫਿਰ ਜਦੋਂ ਮੈਂ ਆਪਣੇ ਦੂਜੇ ਭਰਾਵਾਂ ਨੂੰ ਉਹਦੇ ਥੱਲੇ ਮੱਲੜ ਤੇ ਪਾਣੀ ਲਿਆ ਪਾਉਂਦੇ ਵੇਖਦਾ ਤਾਂ ਹੋਰ ਵੀ ਮਨ ਕਰਦਾ। ਖੌਰੇ ਇਸੇ ਕੁਝ ਕਰਨ ਦੀ ਖੋਜ ਵਿੱਚ ਹੀ ਮੈਨੂੰ ਜਾਮਨੂ ਉੱਤੇ ਚੜਿਆ ਦਿਸਿਆ ਕਿ ਉਹਦਾ ਇੱਕ ਪੱਥਰ ਇੰਜ ਦੋਹਰਾ ਹੋਇਆ ਹੈ ਜਿਵੇਂ ਕਿਸੇ ਉਹਨੂੰ ਵਲੇਟ ਕੇ ਗੋਂਦ ਲਾ ਦਿੱਤੀ ਹੋਵੇ। ਬਾਲਪੁਣੇ ਦੀ ਖੁਦਕੁਤੀ ਪਾਰੋਂ ਮੈਂ ਉਹਨੂੰ ਖੋਲਿਆ ਤਾਂ ਇਹ ਵੇਖ ਕੇ ਡਿੱਗਦਾ ਬਚਿਆ ਕਿ ਉਹਦੇ ਵਿੱਚ ਇੱਕ ਕਈ ਲੱਤਾਂ ਵਾਲੀ ਸੁੰਡੀ ਵੜੀ ਹੋਈ ਏ। ਮੈਂ ਹੋਰ ਪੁੰਛ ਛਾਣ ਕੀਤੀ ਤਾਂ ਪਤਾ ਲੱਗਿਆ ਕਿ ਜਾਮਨੂ ਦੇ ਕਈ ਹੋਰ ਪੱਥਰਾਂ ਦਾ ਵੀ ਇਹੋ ਹਾਲ ਹੈ। ਮੈਂ ਥੱਲੇ ਲੱਥ ਕੇ ਇਹ ਸਭ ਕੁਝ ਕਿਸੇ ਵੱਡੇ ਨੂੰ ਦੱਸਿਆ ਤਾਂ ਉਹਨੇ ਆਖਿਆ, ਮੈਨੂੰ ਪੱਕ ਕੇ ਇਹ ਉਹੀਓ ਕੀੜਾ ਹੋਵੇਗਾ ਜਿਹੜਾ ਊਲੇ ਪੱਤਰਾਂ ਨੂੰ ਦੋਹਰੇ ਕਰਕੇ ਉਹਨਾਂ ਵਿੱਚ ਆਂਡੇ ਦਿੰਦਾ ਹੈ। ਆਪਣੀ ਗੱਲ ਦੀ ਪਕਿਆਈ ਲਈ ਉਹ ਮੈਨੂੰ ਲੈ ਕੇ ਜਾਮਨੂ ਕੋਲ ਆਇਆ ਤੇ ਉੱਤੋਂ ਢੂੰਡ ਕੇ ਸੁੰਡੀ ਦੇ ਚੂਸਣ ਪਾਰੋਂ ਸੁੱਕੇ ਕਈ ਸੱਜਰੇ ਪੱਤਰ ਤੇ ਅੱਧ ਖਾਧੀਆਂ ਕਰੂੰਬਲਾਂ ਮੈਨੂੰ ਦਿਖਾਈਆਂ। ਨਾਲ ਹੀ ਇਹਦਾ ਹੱਲ ਦੱਸਿਆ। ਉਹਨੇ ਆਖਿਆ, ਜਾਂ ਤੇ ਜਾਮਨੂ ਉੱਤੇ ਕੀੜੇ ਮਾਰ ਦਵਾਈ ਦਾ ਸਪਰੇਅ ਕਰਵਾਇਆ ਜਾਏ ਤੇ ਜਾਂ ਉਹਨੇ ਇੱਕ ਦੋਹਰੇ ਹੋਏ ਪੱਤਰ ਨੂੰ ਡਾਹਣੀ ਤੋਂ ਲਾ ਕੇ ਥੱਲੇ ਸੁੱਟ ਦਿੱਤਾ ਤੇ ਬੋਲਿਆ, ਇਹੋ ਜਿਹੇ ਸਾਰੇ ਸੁੰਡੀਆਂ ਦੇ ਘਰ ਬਣਨ ਵਾਲੇ ਪੱਤਰਾਂ ਨੂੰ ਲਾ ਕੇ ਸਾੜ ਦਿੱਤਾ ਜਾਏ। ਇਸ ਤੋਂ ਮਗਰੋਂ ਤਾਂ ਇਹ ਮੇਰਾ ਵੇਲਾ ਟਪਾਉਣ ਦਾ ਸ਼ੁਗਲ ਹੀ ਬਣ ਗਿਆ। ਮੈਂ ਰੋਜ਼ ਜਾਮਨੂ ਉੱਤੇ ਚੜ੍ਹ ਜਾਣਾ ਤੇ ਸੁੰਡੀਆਂ ਦੇ ਦੋਹਰੇ ਕੀਤੇ ਪੱਤਰਾਂ ਨੂੰ ਲੱਭ ਲਾਂਦਾ ਰਹਿੰਦਾ। ਪਹਿਲੋਂ ਤਾਂ ਮੈਨੂੰ ਕਈ ਲੱਤਾਂ ਵਾਲੀਆਂ ਹਰੀਆਂ ਕਚੂਰ ਸੁੰਡੀਆਂ ਵੇਖ ਕੇ ਡਰ ਵੀ ਲੱਗਦਾ ਤੇ ਕਰੈਜ ਵੀ ਆਉਂਦੀ। ਪਰ ਜਦੋਂ ਉਹ ਮੇਰੇ ਅੱਗੇ ਉੱਕਾ ਹੀ ਭੇਡ ਸਾਬਤ ਹੋਈਆਂ ਤਾਂ ਮੇਰਾ ਝਾਕਾ ਲੱਥ ਗਿਆ। ਹੁਣ ਤਾਂ ਜਦੋਂ ਮੈਨੂੰ ਕੋਈ ਇਹੋ ਜਿਹਾ ਹਰਾ ਹੋਇਆ ਪੱਤਰ ਲੱਭਦਾ ਤਾਂ ਮੈਂ ਉਹਨੂੰ ਤਰੋੜ ਕੇ ਬੜੇ ਆਰਾਮ ਨਾਲ ਖੋਲਦਾ। ਵਿੱਚ ਲੁਕੀ ਸੁੰਡੀ ਡਰ ਕੇ ਇੱਕਦਮ ਭੱਜਦੀ ਤਾਂ ਮੈਂ ਉਹਨੂੰ ਪੱਤਰ ਵਿੱਚ ਹੀ ਮਿਧ ਦਿੰਦਾ। ਉਹਨਾਂ ਸੁੰਡੀਆਂ ਵਿੱਚੋਂ
ਖੂਨ ਵੀ ਜਾਮਨੂ ਦੇ ਪੱਤਰਾਂ ਜਿਹਾ ਹਰੇ ਰੰਗ ਦਾ ਹੀ ਨਿਕਲਦਾ। ਕੁਝ ਦਿਨਾਂ ਵਿੱਚ ਹੀ ਜਾਮਨੂ ਦਾ ਰੁੱਖ ਇਹੋ ਜਿਹਾ ਰਸ ਚੂਸਣ ਤੇ ਪੱਤਰ ਖਾਣ ਵਾਲੀਆਂ ਸੁੰਡੀਆਂ ਤੋਂ ਪਾਕ ਹੋ ਚੁੱਕਿਆ ਸੀ। ਜਦੋਂ ਮੈਂ ਸਾਰੀਆਂ ਸੁੰਡੀਆਂ ਮਾਰ ਮੁਕਾਈਆਂ, ਉਦੋਂ ਮੈਂ ਖੁਸ਼ ਤਾਂ ਹੈ ਸਾਂ, ਪਰ ਨਾਲ ਹੀ ਮੈਨੂੰ ਇਹ ਸ਼ੁਗਲ ਮੁੱਕਣ ਦਾ ਹਿਰਖ ਵੀ ਸੀ। ਸੋਚਦਾ ਸਾਂ ਹੁਣ ਮੈਂ ਆਪਣੇ ਜਾਮਨੂ ਲਈ ਕੀ ਕਰਾਂਗਾ। 2-4 ਦਿਨਾਂ ਮਗਰੋਂ ਮੈਂ ਪੜਚੋਲ ਲਈ ਜਾਮਨੂ ਉੱਤੇ ਚੜ੍ਹਿਆ। ਖਿਆਲ ਸੀ ਸ਼ਾਇਦ ਕੋਈ ਦੋਹਰਾ ਹੋਇਆ ਪੱਤਰ ਨਜ਼ਰਾਂ ਤੋਂ ਓਹਲੇ ਰਹਿ ਗਿਆ ਹੋਵੇ ਜਾਂ ਕਿਤੇ ਸੁੰਡੀਆਂ ਦਾ ਨਵਾਂ ਹਮਲਾ ਹੋ ਗਿਆ ਹੋਵੇ, ਪਰ ਮੈਨੂੰ ਇਹ ਜਾਣ ਕੇ ਤਸੱਲੀ ਹੋਈ ਕਿ ਜਾਮਨੂ ਦੇ ਸਾਰੇ ਪੱਤਰ ਠੀਕ ਸਨ ਤੇ ਨਵੀਆਂ ਲਾਲ ਤੇ ਹਰੀਆਂ ਕਰੂੰਬਲਾਂ ਸਗਵੀਆਂ ਫੁੱਟ ਰਹੀਆਂ ਸਨ। ਹਰ ਪਾਸੇ ਹਰਿਆਲੀ ਤੇ ਅਮਨ ਦਾ ਪੱਕ ਹੋ ਜਾਣ ਮਗਰੋਂ ਜਦੋਂ ਮੈਂ ਥੱਲੇ ਲੱਥ ਰਿਹਾ ਸਾਂ ਤੇ ਮੈਨੂੰ ਇੱਕ ਪਤਲੀ ਲਗਰ ਵਿੱਚ ਇੱਕ ਨਿੱਕੀ ਜਿਹੀ ਮੋਰੀ ਹੋਈ ਦਿਸੀ। ਇਸ ਮੋਰੀ ਦੇ ਬਾਹਰ ਬਰੀਕ ਮੇਂਗਣਾ ਦੀ ਢੇਰੀ ਲੱਗੀ ਹੋਈ ਸੀ। ਪਹਿਲੋਂ ਤਾਂ ਮੈਂ ਇਹਨੂੰ ਕੋਈ ਉਚੇਸ਼ਤਾ ਨਾ ਦਿੱਤੀ ਤੇ ਥੱਲੇ ਲੈਣ ਦਾ ਆਹ ਕੀਤਾ, ਪਰ ਇਹੋ ਜਿਹੀ ਇੱਕ ਹੋਰ ਖੁੱਡ ਥੱਲੜਲੀ ਡਾਣੀ ਵਿੱਚ ਵੀ ਦਿਸੀ ਤਾਂ ਮੈਂ ਉੱਥੇ ਹੀ ਖਲੋ ਗਿਆ। ਮੈਨੂੰ ਕੋਈ ਬਹੁਤਾ ਉਡੀਕਣਾ ਨਾ ਪਿਆ। ਥੋੜੀ ਚਿਰ ਮਗਰੋਂ ਹੀ ਉਹਦੇ ਵਿੱਚੋਂ ਇੱਕ ਕਾਲਾ ਸਿਰ, ਜਿਹਦੇ ਅੱਗੇ 2 ਲੰਮੇ ਦੰਦ ਲੱਗੇ ਸਨ, ਜ਼ਾਹਿਰ ਹੋਇਆ। ਮੈਂ ਅਗਾਂਹ ਹੋ ਕੇ ਉਹਨੂੰ ਨੇੜਿਓਂ ਵੇਖਣ ਲੱਗਾ ਤਾਂ ਉਹ ਚੱਪ ਮੋਰੀ ਵਿੱਚ ਥੱਲੇ ਹੋ ਗਿਆ, ਪਰ ਇੰਨੇ ਚਿਰ ਵਿੱਚ ਮੈਂ ਇਹ ਜ਼ਰੂਰ ਤਾੜ ਚੁੱਕਿਆ ਸਾਂ ਕਿ ਲਗਰਾਂ ਵਿੱਚ ਆਪਣੀ ਥਾਂ ਬਣਾਉਣ ਵਾਲਾ ਇਹ ਕੀੜਾ ਪੱਤਰਾਂ ਵਾਲੀ ਸੁੰਡੀ ਤੋਂ ਵੱਧ ਖਤਰਨਾਕ ਸੀ। ਮੇਰੇ ਵਜੂਦ ਵਿੱਚ ਇੱਕ ਠੰਡੀ ਠੱਲ ਠਿਲ ਗਈ ਤੇ ਮੈਂ ਫਟਾਫਟ ਥੱਲੇ ਲੱਥਿਆ। ਹੋਰ ਤਾਂ ਕੁਝ ਨਾ ਸੁੱਝਿਆ। ਕਾਲ ਵਿੱਚ ਛੁਰੀ ਲੈ ਕੇ ਮੁੜ ਜਾਮਨੂ ਉੱਤੇ ਚੜ੍ਹਿਆ ਤੇ ਉਸ ਸੁਰਾਖ ਤੋਂ ਲੈ ਕੇ ਉਸ ਸ਼ਾਖ ਨੂੰ ਪਿੱਛੇ ਕਰ ਚੀਰਨ ਡੈ ਪਿਆ। ਉਹ ਇੱਕ ਕੂਲੀ ਲਗਰ ਸੀ, ਇਸ ਲਈ ਛੇਤੀ ਚਿਰ ਗਈ ਤੇ ਫੇਰ ਛੁਰੀ ਦੀ ਨੋਕ ਨਾਲ ਮੈਨੂੰ ਉਸ ਸੁੰਡੀ ਜਿਹੇ ਕੀੜੇ ਨੂੰ ਬਾਹਰ ਖਿੱਚਣ ਦਾ ਮੌਕਾ ਲੱਭ ਗਿਆ। ਉਹ ਡਾਂਡ ਦੇ ਅੰਦਰ ਦਾ ਪੋਲਾ ਗੂਦਾ ਖਾ ਕੇ ਚੋਖਾ ਪਲਿਆ ਹੋਇਆ ਸੀ। ਉਹਨੂੰ ਮਾਰਨ ਮਗਰੋਂ ਤਾਂ ਮੇਰਾ ਜੋਸ਼ ਮਿਆਉਂਦਾ ਨਹੀਂ ਸੀ। ਮੈਂ ਲਗਰਾਂ ਚੀਰ ਕੇ ਜਾਮਨੂ ਦੇ ਲੁਕੇ ਹੋਏ ਦੁਸ਼ਮਣਾਂ ਨੂੰ ਲੱਭ ਮਾਰਨ ਡੈ ਪਿਆ। ਅੰਮਾ ਜੀ ਪਤਾ ਨਹੀਂ ਕਦੋਂ ਦੇ ਥੱਲੇ ਆ ਕੇ ਖਲੋਤੇ ਸਨ। ਮੇਰਾ ਤਾਂ ਉਹਨਾਂ ਵੱਲ ਉਦੋਂ ਧਿਆਨ ਗਿਆ ਜਦੋਂ ਮੈਂ ਉਹਨਾਂ ਨੂੰ ਇਹ ਆਖਦੇ ਸੁਣਿਆ, ਇਸ ਛੁਰੀ ਨਾਲ ਕਾਹਨੂੰ ਜਾਮਨੂ ਦੀਆਂ ਡਾਣੀਆਂ ਪਾੜੀ ਜਾ ਰਿਹਾ ਹੈ। ਉਹਨਾਂ ਦੀ ਚਿੰਤਾ ਬਿਲਕੁਲ ਉਸੇ ਤਰ੍ਹਾਂ ਸੀ ਜਿਸ ਤਰ੍ਹਾਂ ਉਹ ਮੇਰੇ ਵੱਡੇ ਭਰਾ ਨੂੰ ਜਾਮਨੂ ਦੀਆਂ ਡਾਣੀਆਂ ਵੱਢਦੇ ਵੇਖ ਕੇ ਫਿਕਰਮੰਦ ਹੋ ਜਾਂਦੇ ਸਨ। ਮੈਂ ਡਾਣੀਆਂ ਨਹੀਂ ਪਾੜ ਰਿਹਾ, ਮੈਂ ਤਾਂ ਵਿੱਚੋਂ ਕੀੜੇ ਕੱਢ ਮਾਰ ਰਿਹਾ ਵਾਂ। ਮੈਂ ਆਪਣੀ ਸਫਾਈ ਪੇਸ਼ ਕੀਤੀ। ਸੋਹਣਿਆ, ਜਿਸ ਤਰ੍ਹਾਂ ਤੂੰ ਕੀੜੇ ਮਾਰ ਰਿਹਾ ਹੈ, ਇਸ ਤਰ੍ਹਾਂ ਤਾਂ ਸਾਰਾ ਰੁੱਖ ਹੀ ਤਬਾਹ ਹੋ ਜਾਵੇਗਾ। ਕੀੜਿਆਂ ਇਸ ਜਾਮਨੂ ਦਾ ਉਹਨਾਂ ਨੁਕਸਾਨ ਨਹੀਂ ਕਰਨਾ ਜਿੰਨਾ ਤੇਰੀ ਇਸ ਕੀੜੇ ਮਾਰ ਛੁਰੀ ਨੇ। ਉਹਨਾਂ ਦੀ ਆਵਾਜ਼ ਵਿੱਚ ਬੜੀ ਚਿੰਤਾ ਸੀ। ਅੰਮਾ ਜੀ ਦੀ ਗੱਲ ਮੈਨੂੰ ਛੇਤੀ ਸਮਝ ਆ ਗਈ। ਮੈਂ ਥੱਲੇ ਲੱਥ ਆਇਆ, ਪਰ ਮੇਰੇ ਜ਼ਿਹਨ ਵਿੱਚ ਇਹ ਗੱਲ ਪੂਰੀ ਤਰ੍ਹਾਂ ਵੜ ਚੁੱਕੀ ਸੀ ਕਿ ਜਾਮਨੂ ਉੱਤੇ ਬੜੇ ਖਤਰਨਾਕ ਕੀੜਿਆਂ ਦਾ ਹਮਲਾ ਹੋ ਚੁੱਕਿਆ ਹੈ ਤੇ ਕੀੜਿਆਂ ਤੋਂ ਜਾਮਨੂ ਨੂੰ ਬਚਾਉਣਾ ਸਿਰਫ ਤੇ ਸਿਰਫ ਮੇਰੀ ਹੀ ਜ਼ਿੰਮੇਵਾਰੀ ਹੈ। ਤਦੇ ਮੈਂ ਇਹਦੇ ਬਚਾਅ ਦੀਆਂ ਤਰਕੀਬਾਂ ਸੋਚਣ ਡੈ ਪਿਆ। ਇੱਕ ਗੱਲ ਪੱਕੀ ਸੀ ਕਿ ਇਹ ਕੀੜਾ ਵੀ ਜਾਮਨੂ ਦੀ ਉਸ ਥਾਂ ਮੋਰੀ ਕੱਢਣ ਵਿੱਚ ਕਾਮਯਾਬ ਹੋਇਆ ਸੀ ਜਿੱਥੇ ਉਹਨੂੰ ਕੋਈ ਪੋਲੀ ਥਾਂ ਲੱਭੀ ਸੀ। ਜਿਵੇਂ ਕਿਸੇ ਡਾਣੀ ਨਾਲੋਂ ਕੋਈ ਨਿੱਕੀ ਲਗਰ ਹਵਾ ਝੁੱਲਣ ਨਾਲ ਟੁੱਟ ਡਿੱਗਦੀ ਜਾਂ ਕੋਈ ਬੰਦਾ ਉਹਨੂੰ ਕੱਪ ਦਿੰਦਾ ਤਾਂ ਉਹ ਪਿੱਛੇ ਰਹੇ ਮੁੱਢ ਵਿੱਚ ਅੰਦਰ ਵੜ ਜਾਂਦਾ। ਇੱਥੋਂ ਮੈਂ ਗਵੇੜ ਲਾਇਆ, ਜੇ ਜਾਮਨੂ ਦੀਆਂ ਸਾਰੀਆਂ ਨਰਮ ਥਾਵਾਂ ਨੂੰ ਕੱਜ ਦਿੱਤਾ ਜਾਵੇ ਤਾਂ ਇਸ ਕੀੜੇ ਦੇ ਹਮਲੇ ਤੋਂ ਬਚਿਆ ਜਾ ਸਕਦਾ ਸੀ। ਤੇ ਜਿਹੜੇ ਕੀੜੇ ਅੱਗੇ ਹੀ ਸ਼ਾਖਾਂ ਵਿੱਚ ਮੋਰੀਆਂ ਕਰਕੇ ਵੜ ਚੁੱਕੇ ਸਨ, ਉਹਨਾਂ ਨਾਲ ਨਿਬੜਨ ਲਈ ਮੇਰੇ ਜ਼ਿਹਨ ਵਿੱਚ ਆਇਆ ਕਿ ਉਹਨਾਂ ਦੀਆਂ ਕੀਤੀਆਂ ਮੋਰੀਆਂ ਨੂੰ ਕਿਸੇ ਸਖਤ ਸ਼ੈ ਨਾਲ ਭਰ ਦਿੱਤਾ ਜਾਵੇ ਤਾਂ ਉਹ ਵਿੱਚ ਹੀ ਮਰ ਜਾਣ। ਉਸ ਉਮਰੇ ਆਪਣੀਆਂ ਸੋਚਾਂ ਉੱਤੇ ਅਮਲ ਕਰਨ ਲਈ ਜਿਸ ਵਸਤ ਦੀ ਲੋੜ ਪੈਂਦੀ ਸੀ ਉਹ ਆਪ ਹੀ ਕਿਤੋਂ ਪੈਦਾ ਕਰਨੀ ਪੈਂਦੀ ਸੀ। ਕਿਉਂ ਜੇ ਇਹੋ ਜਿਹਾ ਖਿਆਲ ਸੁਣ ਕੇ ਦੂਜੇ ਭਰਾ ਮਜ਼ਾਕ ਉਡਾਉਣ ਡੈ ਪੈਂਦੇ ਸਨ। ਮੈਨੂੰ ਹੋਰ ਤਾਂ ਕੁਝ ਨਾ ਜੁੜਿਆ।
मैं बहुत सारे पॉलीथीन दे लिफाफे इकट्ठे कीते ते नाल एक मोमबत्ती ते एक माचिस लै के जामनू उत्ते चढ़ गया। फिर जिथे भी सुराख दिसिया ओदे आले दुआले कीड़े दा कढ़िया गंद कपड़े नाल साफ करके पॉलीथीन दे लिफाफे नूं मोमबत्ती नाल अग ला दिंदा। पॉलीथीन दा मोम पिघरदा तां ओदा चोया उस मोरी उत्ते देखदा। जे कोई सुराख थोड़ा वड्डा हुंदा तां सड़दे मोमी लिफाफे नूं सुक्की डाणी दी अड़ेस दे के सारे दा सारा ही अंदर धिक दिंदा। ਇਹ ਸੜਦਾ ਮੋਮ ਛੇਤੀ ਠੰਡਾ ਹੋ ਕੇ ਜੰਮ ਜਾਂਦਾ ਤਾਂ ਇੰਨਾ ਸਖਤ ਹੋ ਜਾਂਦਾ ਕਿ ਮੈਨੂੰ ਪੱਕ ਸੀ ਕਿ ਉਹਦੇ ਵਿੱਚੋਂ ਰਾਹ ਬਣਾਉਣਾ ਅੰਦਰ ਫਸੇ ਕੀੜੇ ਦੇ ਵਸ ਦਾ ਰੋਗ ਨਹੀਂ ਸੀ। ਪਿਘਰੇ ਹੋਏ ਮੋਮ ਦੇ ਚੋਏ ਉੱਤੇ ਡਿੱਗਣ ਪਾਰੋਂ ਮੇਰੇ ਹੱਥਾਂ ਪੈਰਾਂ ਉੱਤੇ ਛਾਲੇ ਪੈ ਗਏ ਤੇ ਕੀੜਿਆਂ ਦੀਆਂ ਥਾਂ ਥਾਂ ਮੋਰੀਆਂ ਹੋ ਗਈਆਂ। ਫਿਰ ਕਈ ਵਾਰ ਮੂੰਹ ਦੇ ਬਿਲਕੁਲ ਕੋਲ ਅੱਗ ਦਾ ਲਾਂਬੂ ਆ ਜਾਂਦਾ, ਨਾਲ ਮੇਰੇ ਭਰਵੱਟੇ ਤੇ ਚਿਮਣੀਆਂ ਸੜ ਗਈਆਂ। ਪਰ 1.5 ਘੰਟੇ ਦੀ ਮੁਸ਼ੱਕਤ ਮਗਰੋਂ ਮੈਂ ਥੱਲੇ ਲੱਥਾ ਤਾਂ ਜਾਮਨੂ ਦੇ ਸਾਰੇ ਸੁਰਾਖ ਡਾਢੇ ਮੋਮ ਨਾਲ ਚੰਗੀ ਤਰ੍ਹਾਂ ਭਰ ਚੁੱਕੀ ਸੀ। ਖੁਸ਼ੀ ਦੀ ਗੱਲ ਇਹ ਹੋਈ ਕਿ ਇਹ ਤਰਕੀਬ ਬਾਅਦ ਵਿੱਚ ਕਾਮਯਾਬ ਸਾਬਤ ਹੋਈ। ਜਾਮਨੂ ਉੱਤੇ ਪੱਤਰਾਂ ਦੀਆਂ ਸੁੰਡੀਆਂ ਮਗਰੋਂ ਸ਼ਾਖਾਂ ਦੇ ਕੀੜਿਆਂ ਦਾ ਹੋਇਆ ਇਹ ਹਮਲਾ ਵੀ ਡੱਕਿਆ ਗਿਆ ਤੇ ਉਹ ਆਪਣੇ ਕੁਦਰਤੀ ਅੰਦਾਜ਼ ਨਾਲ ਵਧਣ ਫੁੱਲਣ ਡੈ ਪਈਆਂ। ਇਸ ਤੋਂ ਅਗਲੇ 15 ਵਰ੍ਹਿਆਂ ਵਿੱਚ ਮੈਨੂੰ ਜਾਮਨੂ ਤੇ ਉਹਦੇ ਕੀੜਿਆਂ ਬਾਰੇ ਕੋਈ ਗੱਲ ਵੀ ਚੇਤੇ ਨਹੀਂ ਆਉਂਦੀ। ਪੱਕੀ ਗੱਲ ਏ, ਜਾਮਨੂ ਇੱਕ ਗੈਰ ਜ਼ਰੂਰੀ ਸ਼ੈ ਵਾਂਗੂ ਮੇਰੀ ਹਯਾਤੀ ਵਿੱਚੋਂ ਨਿਕਲ ਗਿਆ ਸੀ। ਇਹਨਾਂ 15 ਸਾਲਾਂ ਵਿੱਚ ਬਹੁਤ ਕੁਝ ਹੋ ਗਿਆ ਸੀ। ਅਸੀਂ ਸਾਰੇ ਭਰਾ ਕਾਮਯਾਬੀ ਦੀਆਂ ਮੰਜ਼ਲਾਂ ਨਿਬੇੜਦੇ ਇੰਨੇ ਅਗਾਂਹ ਨਿਕਲ ਆਏ ਸਾਂ ਕਿ ਸਾਡਾ ਪਿੰਡ ਸਾਡੇ ਤੋਂ ਬਹੁਤ ਪਿੱਛੇ ਰਹਿ ਗਿਆ ਸੀ। ਸ਼ਾਇਦ ਜਾਮਨੂ ਵਾਂਗੂ ਅਸੀਂ ਆਪਣੇ ਪਿੰਡ ਨੂੰ ਵੀ ਉੱਕਾ ਹੀ ਭੁੱਲ ਜਾਂਦੇ ਜੇ ਸਾਡੇ ਅੱਬਾ ਜੀ ਨੇ ਆਪਣਾ ਜੱਦੀ ਘਰ ਛੱਡ ਕੇ ਸਾਡੇ ਕੋਲ ਸ਼ਹਿਰ ਆਉਣ ਤੋਂ ਸਾਫ਼ ਇਨਕਾਰ ਨਾ ਕਰ ਦਿੱਤਾ ਹੁੰਦਾ। ਸਭ ਤੋਂ ਵੱਧ ਦੁੱਖ ਦੇਣ ਵਾਲਾ ਵਾਕਿਆ ਜਿਹਨੇ ਪਿੰਡ ਵਿੱਚ ਸਾਡੇ ਹਾਸਤੇ ਵਾਸਤੇ ਘਰ ਨੂੰ ਉਜਾੜਿਆ ਉਹ ਤਾਂ ਦੱਸਣੋਂ ਰਹਿ ਹੀ ਗਿਆ ਹੈ। ਸਾਡੀ ਅੰਮਾ ਜੀ ਫੌਤ ਹੋ ਗਏ ਸਨ। ਜਾਮਨੂ ਦੀ ਇੱਕ ਇੱਕ ਡਾਣੀ ਨੂੰ ਵੱਢਣ ਤੋਂ ਬਚਾਉਣ ਲਈ 100 ਯਤਨ ਕਰਨ ਵਾਲੀ ਮਾਂ ਮਰ ਗਈ ਸੀ। ਸਾਡੇ ਨਾਲ ਦੇ ਨਾਨਕਿਆਂ ਦੇ ਵਿਹੜੇ ਵਿੱਚ ਇਦੋਂ ਵੀ ਵੱਧ ਬਰਬਾਦੀ ਹੋਈ ਸੀ। ਸਾਡੀ ਨਾਨੀ ਦੀਆਂ 7 ਧੀਆਂ ਸਨ, ਜਿਨ੍ਹਾਂ ਵਿੱਚੋਂ ਹੁਣ ਨਿੱਕੀਆਂ 3 ਹੀ ਜਿਉਂਦੀਆਂ ਰਹਿ ਗਈਆਂ ਸਨ ਤੇ ਉਹ ਵੀ ਦੂਰ ਦਰਾਡੇ ਪਿੰਡਾਂ ਵਿੱਚ ਵਹਿੰਗੀਆਂ ਸਨ। ਵੱਡੇ ਸਾਰੇ ਘਰ ਵਿੱਚ ਨਿਰੀ ਬੁੱਢੀ ਨਾਨੀ ਹੀ ਬਚੀ ਰਹਿ ਗਈ ਸੀ। ਆਪਣੇ ਤੋਂ ਪਹਿਲਾਂ ਆਪਣਿਆਂ ਬਾਲ ਬੱਚੇਦਾਰ ਧੀਆਂ ਦੀ ਕਿਰਨਮ ਸਿਕਰਨੀ ਮੌਤ ਦਾ ਦੁੱਖ ਵੇਖਣ ਪਾਰੋਂ ਉਹਦੇ ਦਿਮਾਗ ਉੱਤੇ ਇਹ ਅਸਰ ਹੋਇਆ ਸੀ ਕਿ ਉਹਦੇ ਕੋਲੋਂ ਹੁਣ ਬਹੁਤੇ ਦਿਨ ਘਰ ਵਿੱਚ ਨਹੀਂ ਸੀ ਬਹਿਣ ਹੁੰਦਾ। ਉਹ ਵਾਵ ਰੋਲੇ ਵਾਂਗੂ ਕਦੇ ਇੱਕ ਧੀ ਵੱਲ ਟੁਰੀ ਰਹਿੰਦੀ, ਕਦੇ ਦੂਜੀ ਧੀ ਵੱਲ। ਅੱਬਾ ਜੀ ਦੀ ਹਾਲਤ ਸਾਡੀ ਨਾਨੀ ਤੋਂ ਵੱਧ ਰਹਿਮ ਕਰਨ ਯੋਗ ਹੋ ਗਈ ਸੀ। ਲੋਕਾਂ ਉਹਨਾਂ ਨੂੰ ਇਹ ਆਖਦੇ ਸੁਣਿਆ ਸੀ, ਧੀਆਂ ਨਹੀਂ ਪੁੱਤਰ ਵੀ ਪਰਾਇਆ ਧਨ ਹੁੰਦੇ ਨੇ। ਮੇਰੇ 5 ਪੁੱਤਰ ਸਨ। ਮੈਂ ਸਾਰਿਆਂ ਨੂੰ ਪੜ੍ਹਾ ਲਿਖਾ ਕੇ ਹਮੇਸ਼ਾ ਲਈ ਘਰੋਂ ਟੋਲ ਬੈਠਾ ਹਾਂ। ਸ਼ੂਗਰ ਦੇ ਰੋਗ ਨੇ ਉਹਨਾਂ ਦੇ ਸਾਰੇ ਰੁਝੇਵੇਂ ਮੁਕਾ ਦਿੱਤੇ ਸਨ। ਉਮਰ ਵੀ 65 ਵਰ੍ਹਿਆਂ ਤੋਂ ਉੱਤੇ ਹੋ ਗਈ ਸੀ ਤੇ ਉਹ ਮਿਜ਼ਾਜ ਦੇ ਵੀ ਕੁਝ ਸਖਤ ਸਨ। ਇਸ ਲਈ ਲੋਕਾਂ ਦਾ ਉਹਨਾਂ ਨਾਲ ਮੇਲ ਮਿਲਾਪ ਘੱਟ ਹੋ ਗਿਆ ਸੀ। ਕਦੇ ਸਾਡੇ ਘਰ ਆਉਣ ਜਾਣ ਵਾਲਿਆਂ ਦਾ ਮੇਲਾ ਲੱਗਾ ਰਹਿੰਦਾ ਸੀ, ਪਰ ਹੁਣ ਉਹ ਇਕੱਲੇ ਹੀ ਬੈਠੇ ਰਹਿੰਦੇ ਤੇ ਕਿਸੇ ਨਾਲ ਗੱਲ ਕਰਨ ਤੋਂ ਵੀ ਤਰਸਦੇ। ਇਸ ਮੌਕੇ ਤੇ ਜਾਮਨੂ ਦੇ ਰੁੱਖ ਨੇ ਉਹਨਾਂ ਦਾ ਬਹੁਤ ਸਾਥ ਦਿੱਤਾ। ਖਾਸ ਤੌਰ ਫਲ ਲੱਗਣ ਦੀ ਰੁੱਤ ਵਿੱਚ ਆਂਢ ਗੁਆਂਢ ਦੇ ਬਾਲ ਜਾਮਨੂ ਖਾਣ ਦੇ ਲਾਲਚ ਵਿੱਚ ਉਹਨਾਂ ਕੋਲ ਆਏ ਰਹਿੰਦੇ ਤੇ ਉਹਨਾਂ ਨੂੰ ਗੱਲਬਾਤ ਕਰਨ ਦਾ ਮੌਕਾ ਲੱਭਦਾ। ਨਾਨੀ ਵੀ ਇਸ ਰੁੱਤ ਵਿੱਚ ਲਾਜ਼ਮੀ ਤੌਰ ਘਰ ਹੀ ਰਹਿੰਦੀ। ਮਜ਼ੇ ਦੀ ਗੱਲ ਇਹ ਵੇ ਕਿ ਆਪਣੇ ਆਪਣੇ ਥਾਂ ਇੰਨੇ ਦੁਖੀ ਹੋਣ ਦੇ ਬਾਵਜੂਦ ਅੱਬਾ ਜੀ ਤੇ ਨਾਨੀ ਦਾ ਆਪਸ ਵਿੱਚ ਸੁਰ ਨਹੀਂ ਸੀ। ਦੋਵੇਂ ਜਵਾਈ ਸੱਸ ਇੱਕ ਦੂਜੇ ਦੇ ਉੱਤੇ ਵੱਟ ਖਾਈ ਬੈਠੇ ਰਹਿੰਦੇ। ਇਹਦਾ ਸਿੱਟਾ ਸੀ ਕਿ ਨਾਨੀ ਨੇ ਜਾਮਨੂ ਦਾ ਚੜ੍ਹਦੇ ਵਾਲਾ ਡਾਂਢ ਮੱਲ ਮਾਰ ਲਿਆ ਤੇ ਅੱਬਾ ਜੀ ਡੰਗੋਰੀ ਫੜ ਕੇ ਲਹਿੰਦੇ ਵੱਲ
ਡਾਂਢ ਥੱਲੇ ਮੰਜੀ ਢਾ ਕੇ ਬੈਠੇ ਰਹਿੰਦੇ। ਇਹ ਦੋਵੇਂ ਬਜ਼ੁਰਗ ਸਾਰਾ ਦਿਨ ਆਮੋ ਸਾਹਮਣੇ ਬੈਠੇ ਰਹਿੰਦੇ, ਪਰ ਇੱਕ ਦੂਜੇ ਨਾਲ ਗੱਲ ਕਦੇ ਕਦਾਈ ਕਰਦੇ, ਤੇ ਜਦੋਂ ਵੀ ਕਰਦੇ ਲੜਾਈ ਦੀ ਗੱਲ ਹੀ ਕਰਦੇ। ਇਹਦੇ ਬਾਵਜੂਦ ਜਾਮ ਨੂੰ ਖਾਣ ਲਈ ਆਏ ਪਿੰਡ ਦੇ ਬਾਲਾਂ ਨਾਲ ਦੋਵਾਂ ਦਾ ਵਰਤਾਰਾ ਇੱਕੋ ਜਿਹਾ ਹੁੰਦਾ। ਉਹ ਹਮੇਸ਼ਾ ਆਪਣਾ ਪੱਖ ਪਾਲਦੇ। ਉਹਨਾਂ ਵੱਲੋਂ ਸਭ ਤੋਂ ਪਹਿਲਾਂ ਤਾਂ ਉਹਨਾਂ ਬਾਲਾਂ ਨੂੰ ਜਾਮ ਨੂੰ ਖਾਣ ਦੀ ਖੁੱਲ੍ਹ ਲੱਭਦੀ, ਜਿਹੜੇ ਉਹਨਾਂ ਰਿਸ਼ਤੇਦਾਰਾਂ ਦੇ ਹੁੰਦੇ ਜਿਨ੍ਹਾਂ ਨਾਲ ਉਹਨਾਂ ਦੇ ਸਾਂਗੇ ਉਸ ਵੇਲੇ ਠੀਕ ਹੁੰਦੇ। ਜ਼ਾਹਰ ਹੈ ਇਹੋ ਜਿਹੇ ਇੱਕ ਦੋ ਬਾਲ ਹੀ ਹੁੰਦੇ। ਮਗਰੋਂ ਦੂਜੇ ਬਾਲਾਂ ਦੀ ਵਾਰੀ ਆਉਂਦੀ ਤਾਂ ਉਹਨਾਂ ਵਿੱਚੋਂ ਸਿਰਫ ਉਹਨਾਂ ਬੱਚਿਆਂ ਨੂੰ ਇਜਾਜ਼ਤ ਦਿੱਤੀ ਜਾਂਦੀ ਜਿਹੜੇ ਪਹਿਲੋਂ ਉਹਨਾਂ ਨੂੰ ਆਪਣੇ ਘਰ ਤੇ ਪਿੰਡ ਦੀਆਂ ਗੱਲਾਂ ਵੱਧ ਤੋਂ ਵੱਧ ਸੁਣਾਉਂਦੇ। ਜਿਹੜੇ ਬਾਲ ਇਹ ਕੁਝ ਕਰਨ ਵਿੱਚ ਨਾਕਾਮ ਹੋ ਜਾਂਦੇ, ਉਹਨਾਂ ਨੂੰ ਉਹ ਸਖਤ ਮੰਦਾ ਬੋਲ ਕੇ, ਸਗੋਂ ਕਈ ਵਾਰੀ ਗਾਲਾਂ ਤਿੱਕਰ ਕੱਢ ਕੇ ਘਰੋਂ ਭਜਾ ਦਿੰਦੇ। ਜਿਹੜਾ ਮੁੰਡਾ ਬਹੁਤਾ ਹੀ ਢੀਠ ਹੁੰਦਾ, ਅੱਬਾ ਜੀ ਤੇ ਉਹਨੂੰ ਉੱਥੋਂ ਨਸਾਉਣ ਲਈ ਵਗਾਟੀ ਡੰਗੋਰੀ ਮਾਰਨ ਤੋਂ ਵੀ ਨਾ ਉਕਦੇ। ਹਾਲਾਂ ਇਹਨਾਂ ਸ਼ਰਤਾਂ ਪੂਰੀਆਂ ਕਰਨ ਮਗਰੋਂ ਵੀ ਉਹਨਾਂ ਨੂੰ ਜਿਹੜੇ ਜਾਮ ਨੂੰ ਖਾਣ ਨੂੰ ਲੱਭਦੇ, ਉਹ ਨਿਰੇ ਉਹੀ ਹੁੰਦੇ ਜਿਹੜੇ ਪੱਕ ਕੇ ਥੱਲੇ ਡਿੱਗੇ ਹੁੰਦੇ। ਉੱਤੋਂ ਲੱਗੇ ਜਾਮ ਨੂੰ ਤੇ ਉਹਨਾਂ ਸਿਰਫ ਆਪਣੀ ਸਕੀ ਔਲਾਦ ਲਈ ਰੱਖੇ ਹੁੰਦੇ, ਤੇ ਉਹ ਆਮ ਤੌਰ ਉੱਤੇ ਹੀ ਸੜਦੇ ਰਹਿੰਦੇ। ਕਿਉਂ ਜੇ ਕਈ ਵਾਰੀ ਉਹਨਾਂ ਦਿਨਾਂ ਵਿੱਚ ਸਾਡੇ ਵਿੱਚੋਂ ਸ਼ਾਇਦ ਹੀ ਕੋਈ ਘਰ ਪਰਤਦਾ, ਪਰ ਉਹਨਾਂ ਦੀ ਉਡੀਕ ਇੰਨੀ ਪੱਕੀ ਤੇ ਸੱਚੀ ਹੁੰਦੀ ਕਿ ਉਹ ਆਪਣੇ ਖਾਣ ਲਈ ਵੀ ਉਤਲੇ ਜਾਮ ਨੂੰ ਨਾ ਲਾਂਦੇ। ਛੜੇ ਜਾਮ ਨੂੰ ਹੀ ਨਹੀਂ, ਉਹ ਤਾਂ ਸਾਡੇ ਲਈ ਘਰ ਦੀ ਹਰ ਸ਼ੈ ਸਾਂਭ ਰੱਖਦੇ। ਫੇਰ ਦੋਹਾਂ ਦੇ ਦਿਲਾਂ ਵਿੱਚ ਹਰ ਵੇਲੇ ਆਪਣੇ ਘਰ ਦੀਆਂ ਸ਼ੈਵਾਂ ਦੇ ਚੋਰੀ ਹੋਣ ਦਾ ਡਰ ਵੜਿਆ ਰਹਿੰਦਾ। ਇਸ ਮਾਮਲੇ ਵਿੱਚ ਉਹ ਘਰ ਦੀ ਸਫਾਈ ਤੇ ਦੂਜੇ ਕੰਮ ਕਰਨ ਆਉਂਦੇ ਮੁਲਾਜ਼ਮਾਂ ਉੱਤੇ ਵੀ ਉੱਕਾ ਵਸਾ ਨਾ ਕਰਦੇ, ਸਗੋਂ ਕਈ ਵਾਰੀ ਤਾਂ ਉਹ ਇੱਕ ਦੂਜੇ ਉੱਤੇ ਵੀ ਸ਼ੱਕ ਕਰਦੇ। ਆਪ ਭਾਵੇਂ ਸਾਰਾ ਦਿਨ ਵਿਹੜੇ ਵਿੱਚ ਹੀ ਬੈਠੇ ਰਹਿੰਦੇ, ਪਰ ਫਿਰ ਵੀ ਸਾਰੇ ਕਮਰਿਆਂ ਨੂੰ ਜਿੰਦਰੇ ਮਾਰ ਕੇ ਰੱਖਦੇ। ਫਿਰ ਦੋਵਾਂ ਦਾ ਚੇਤਾ ਇੰਨਾ ਮਾੜਾ ਹੋ ਗਿਆ ਸੀ ਕਿ ਦੋਵੇਂ ਝੱਟ ਮਗਰੋਂ ਉੱਠ ਕੇ ਆਪਣੇ ਮਾਰੇ ਜਿੰਦਰੇ ਖਿੱਚ ਵੇਖਦੇ ਕਿਤੇ ਖੁੱਲੇ ਨਾ ਰਹਿ ਗਏ ਹੋਣ। ਅਸੀਂ ਸਾਰੇ ਭਰਾ ਆਪੋ ਆਪਣੇ ਥਾਂ ਇੰਨੇ ਰੁੱਝ ਗਏ ਸਾਂ ਕਿ ਮਹੀਨਿਆਂ ਮਗਰੋਂ ਹੀ ਕਿਸੇ ਨੂੰ ਪਿੰਡ ਜਾ ਕੇ ਇਹਨਾਂ ਦੋਵਾਂ ਨੂੰ ਮਿਲਣ ਦਾ ਮੌਕਾ ਲੱਭਦਾ। ਮੈਂ ਵੀ ਭਾਵੇਂ ਘੱਟ ਹੀ ਪਿੰਡ ਜਾਂਦਾ ਸਾਂ, ਪਰ ਹਰ ਵੇਲੇ ਪਿੰਡ ਜਾਣ ਦੀ ਰੀਝ ਦਿਲ ਵਿੱਚ ਰਹਿੰਦੀ ਸੀ। ਮੇਰੇ ਇੱਕ ਵੱਡੇ ਭਰਾ ਦਾ ਵੀ ਇਹੋ ਹਾਲ ਸੀ, ਪਰ ਅੱਬਾ ਜੀ ਨੂੰ ਮਿਲਣ ਤੋਂ ਅੱਡ ਉਹਨਾਂ ਨੂੰ ਇੱਕ ਹੋਰ ਕੰਮ ਹੀ ਹੁੰਦਾ ਸੀ, ਜਾਮ ਨੂੰ ਦੀਆਂ ਵਧੀਆਂ ਹੋਈਆਂ ਲਗਰਾਂ ਵੱਢਣ ਦਾ। ਉਹ ਹੁਣ ਵੀ ਜਦੋਂ ਪਿੰਡ ਜਾਂਦਾ ਸਭ ਤੋਂ ਪਹਿਲਾਂ ਕੰਮ ਇਹੋ ਹੀ ਕਰਦਾ। ਅੱਬਾ ਜੀ ਤੇ ਨਾਨੀ ਲਈ ਉਹ ਦਿਹਾੜਾ ਬੜਾ ਹੀ ਚਾਵਾਂ ਭਰਿਆ ਜਿੱਦਣ ਮੈਂ ਘਰ ਆ ਕੇ ਵਸਿਆ। ਮੈਂ ਜਿਸ ਮੁਹੱਲੇ ਵਿੱਚ ਮੁਲਾਜ਼ਮ ਹਾਂ, ਉਹਦੇ ਵੱਲੋਂ ਮੇਰੀ ਪੋਸਟਿੰਗ ਆਪਣੇ ਪਿੰਡ ਤੋਂ ਸਿਰਫ 25 ਕਿਲੋਮੀਟਰ ਦੂਰ ਦੇ ਇੱਕ ਛੋਟੇ ਸ਼ਹਿਰ ਵਿੱਚ ਹੋ ਗਈ ਹੈ। ਅਜੇ 24 ਘੰਟੇ ਦੀ ਡਿਊਟੀ ਹੋਣ ਕਰਕੇ ਮੇਰੇ ਲਈ ਆਪਣਾ ਸਟੇਸ਼ਨ ਛੱਡ ਕੇ ਰੋਜ਼ ਪਿੰਡ ਜਾਣਾ ਮੁਮਕਿਨ ਨਹੀਂ ਸੀ, ਪਰ ਫਿਰ ਵੀ ਮੈਂ 2-4 ਦਿਨ ਮਗਰੋਂ ਵੇਲਾ ਕੱਢ ਕੇ ਉੱਥੇ ਆ ਸਕਦਾ ਸਾਂ। ਖਾਸ ਤੌਰ ਛੁੱਟੀ ਤਾਂ ਘਰ ਹੀ ਗੁਜ਼ਾਰਦਾ ਸਾਂ। ਉਸ ਰਾਤ ਮੈਂ ਵਾਹਵਾ ਚਿਰ ਤੀਕ ਵਾਰੀ ਦੋਵਾਂ ਨੂੰ ਇੱਧਰ ਉੱਧਰ ਦੀਆਂ ਗੱਲਾਂ ਸੁਣਾਉਂਦਾ ਰਿਹਾ। ਦੋਵੇਂ ਬਹੁਤ ਰਾਜ਼ੀ ਸਨ। ਹਾਂ, 1-2 ਵਾਰ ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਉਹ ਕੋਈ ਗੱਲ ਦੱਸਣਾ ਚਾਹੁੰਦੇ ਨੇ, ਪਰ ਇਹਨੂੰ ਆਪਣਾ ਐਵੇਂ ਜਿਹਾ ਸ਼ੱਕ ਸਮਝ ਕੇ ਮੈਂ ਉਹਨਾਂ ਕੋਲੋਂ ਕੋਈ ਗੱਲ ਨਾ ਪੁੱਛੀ। ਅਗਲੇ ਦਿਨ ਸਵੇਰੇ ਜਦੋਂ ਮੈਂ ਘਰੋਂ ਟੁਰਨ ਲੱਗਾ ਤਾਂ ਦੋਵੇਂ ਵਿਹੜੇ ਵਿੱਚ ਖਲੋਤੇ ਸਨ ਤੇ ਦਿਨ ਦਾ ਚਾਨਣ ਦਿਸ ਰਿਹਾ ਸੀ ਕਿ ਵੇਲੇ ਦੇ ਜ਼ਾਲਮ ਹੱਥਾਂ ਉਹਨਾਂ ਦੇ ਰੰਗ ਰੂਪ ਨਾਲ ਕੀ ਹੱਥ ਵਿਖਾਇਆ ਹੈ। ਸਾਡੀ ਨਾਨੀ ਉਮਰ ਵਿੱਚ ਸਾਡੇ ਵਾਲਦ ਤੋਂ ਕਿੰਨੀ ਵੱਡੀ ਹੋਣ ਦੇ ਬਾਵਜੂਦ ਅਰਥਕ ਹੋਣ ਕਰਕੇ ਅਜੇ ਵੀ ਉਹਨਾਂ ਤੋਂ ਚੰਗੀ ਟੁਰ ਫਿਰ ਲੈਂਦੀ ਸੀ। ਪਹਿਲਾਂ ਉਹ ਮਹਿੰਦੀ ਲਾ ਕੇ ਆਪਣੇ ਵਾਲ ਜਿਸ ਤਰ੍ਹਾਂ ਲਾਲ ਕਰੀ ਰੱਖਦੀ ਸੀ, ਉਹ ਸਿਲਸਿਲਾ ਹੁਣ ਮੁੱਕ ਚੁੱਕਿਆ ਸੀ। ਉਹਦੇ ਵਾਲਾਂ ਵਿੱਚ ਹੁਣ ਚਿਟਿਆਈ ਹੀ ਚਿਟਿਆਈ ਸੀ, ਜਾਂ ਕਿਧਰੇ ਕਦੇ ਦੀ ਲਾਈ ਮਹਿੰਦੀ ਦਾ ਖੁਰਿਆ ਹੋਇਆ ਮੱਠਾ ਜਿਹਾ ਰੰਗ ਦਿਸਦਾ। ਮੈਂ ਘਰੋਂ ਵਿਦਿਆ ਹੋਣ ਵੇਲੇ ਮਿਲਣ ਲੱਗਾ ਤਾਂ ਬੇਬੇ ਬੋਲੀ, ਪੁੱਤਰਾ
तेरा खौरे जामनू वल ध्यान नहीं गया। मेरा ख्याल सी टुरन वेले ਇਹ अजब गल करन उत्ते अब्बा जी नानी नू टोकणगे, पर मैनू हैरानी हुई जदों अपनी आदत मुजब बेबे दी हर गल दी मुखालफत करन दी थां ਉਹ बोले, आहो माई सच आखदी है, चढ़दे लैंदे दे डाणा विच कीड़ियां ने मोरियां कढ सारे जामनू नू छाननी कर दिता है। मैनू तां हुण बचदा नहीं दिसदा। ਉਹ ਆਪਣੇ ਮੋਟੇ ਸ਼ੀਸ਼ਿਆਂ ਵਾਲੀ ਐਨਕ ਉਤਾਂ ਕਰਕੇ ਆਪਣੀਆਂ ਅੱਖਾਂ ਅੱਗੇ ਆਏ ਜਾਲੇ ਇੱਕ ਉਂਗਲ ਨਾਲ ਸਾਫ਼ ਕਰਦੇ ਹੋਏ ਬੜੇ ਹੀ ਪਰੇਸ਼ਾਨ ਨਜ਼ਰ ਆ ਰਹੇ ਸਨ। ਦਫ਼ਤਰ ਜਾਣ ਦੀ ਕਾਹਲ ਹੋਣ ਦੇ ਬਾਵਜੂਦ ਮੈਂ ਜਾਮਨੂ ਨੂੰ ਨੇੜੇ ਜਾ ਕੇ ਵੇਖਿਆ। ਵਾਕਈ ਉਹ ਠੀਕ ਆਖ ਰਹੇ ਸਨ। ਉਹਦੇ ਦੋਹਾਂ ਡਾਣਾਂ ਵਿੱਚ ਮੁੱਢ ਤੋਂ ਲੈ ਕੇ ਉੱਤੇ ਤੱਕ ਬੇਸ਼ੁਮਾਰ ਮੋਰੀਆਂ ਹੋਈਆਂ ਦਿਸਦੀਆਂ ਸਨ ਤੇ ਉਹਨਾਂ ਨਾਲ ਦੇ ਨਾਲ ਅੰਦਰ ਦਾ ਗੁੱਦਾ ਖਾ ਕੇ ਕੀੜਿਆਂ ਦਾ ਕੱਢਿਆ ਗੰਧ ਲਹਿਕ ਰਿਹਾ ਸੀ। ਜਾਮਨੂ ਦੀਆਂ ਉਤਲੀਆਂ ਲਗਰਾਂ ਸੁੱਕੀਆਂ ਛੜਾਂ ਲੱਗ ਰਹੀਆਂ ਸਨ ਤੇ ਉਹਨਾਂ ਉੱਤੇ ਪੱਤਰ ਵੀ ਗਿਣਤੀ ਵਿੱਚ ਬਹੁਤ ਹੀ ਘੱਟ ਸਨ। ਫੇਰ ਜਿਹੜੇ ਹੈ ਸਨ ਉਹ ਵੀ ਪੀਲੇ ਪੱਤੇ ਹੋਏ ਸਨ। ਮੈਂ ਤਾਂ ਉਹਨਾਂ ਨੂੰ ਵੇਖ ਕੇ ਹੀ ਬੇਉਮੀਦ ਹੋ ਗਿਆ, ਪਰ ਦੋਹਾਂ ਵਟਕਿਆਂ ਦੀਆਂ ਨਜ਼ਰਾਂ ਮੈਨੂੰ ਕੁਝ ਕਰਨ ਲਈ ਤਰਲੇ ਮਾਰ ਰਹੀਆਂ ਸਨ। ਦੂਜੇ ਪਾਸੇ ਨਵੇਂ ਦਫ਼ਤਰ ਵਿੱਚ ਜਾ ਕੇ ਨਵੀਆਂ ਜ਼ਿੰਮੇਦਾਰੀਆਂ ਵਿੱਚ ਵੀ ਮੈਂ ਇੰਨਾ ਕੁ ਰੁੱਝਿਆ ਕਿ ਮੈਨੂੰ ਰੁੱਖਾਂ ਦੇ ਕਿਸੇ ਸਿਆਣੇ ਨਾਲ ਮਸ਼ਵਰਾ ਕਰਨ ਦਾ ਮੌਕਾ ਹੀ ਨਾ ਲੱਭਾ। ਇਸ ਵਿਚਕਾਰ ਜਦੋਂ ਵੀ ਪਿੰਡ ਦਾ ਗੇੜਾ ਲੱਗਦਾ, ਦੋਵੇਂ ਬੁੱਢੜੇ ਮੇਰੇ ਦੁਆਲੇ ਹੋ ਜਾਂਦੇ ਤੇ ਇੰਜ ਪੀੜ ਭਰਿਆ ਤਰਲਾ ਪਾਉਂਦੇ ਕਿ ਮੈਂ ਆਪਣੀ ਲਾਪਰਵਾਹੀ ਉੱਤੇ ਸ਼ਰਮਿੰਦਾ ਹੋ ਜਾਂਦਾ। ਵੇ ਪੁੱਤਰਾ, ਤੂੰ ਹੀ ਇਸ ਵੇਲੇ ਦੇ ਜਾਮਨੂ ਨੂੰ ਬਚਾ ਸਕਦਾ। ਵੇਖ ਇਹਦੇ ਦੋਵੇਂ ਡਾਣ ਕਿਵੇਂ ਤਬਾਹ ਹੋ ਚੱਲੇ ਨੇ। ਸੋਹਣਿਆ, ਫਲਦਾਰ ਰੁੱਖ ਦੀ ਸੇਵਾ ਕਰਨ ਵਿੱਚ ਬੜਾ ਸਵਾਬ ਲੱਭਦਾ ਹੈ। ਜੇ ਇਹ ਜਾਮਨੂ ਨਾ ਰਿਹਾ ਤੇ ਇੱਥੇ ਦੀ ਸਾਰੀ ਰੌਣਕ ਮੁੱਕ ਜਾਵੇਗੀ। ਉਹ ਜਾਮਨੂ ਦੀ ਇੰਜ ਗੱਲ ਕਰਦੇ ਜਿਵੇਂ ਦੁਨੀਆ ਦਾ ਸਭ ਤੋਂ ਵੱਡਾ ਮਸਲਾ ਉਸ ਦੋ ਟਾਹਣਾਂ ਵਾਲੇ ਜਾਮਨੂ ਨੂੰ ਬਚਾਉਣਾ ਹੀ ਹੋਵੇ। ਮੈਨੂੰ ਅੰਦਾਜ਼ਾ ਹੋ ਰਿਹਾ ਸੀ ਕਿ ਜਾਮਨੂ ਨਾਲ ਉਹਨਾਂ ਦਾ ਬਹੁਤ ਹੀ ਪੱਕਾ ਪੀੜਾ ਜਜ਼ਬਾਤੀ ਤਾਲੁਕ ਕਾਇਮ ਹੋ ਚੁੱਕਿਆ ਹੈ। ਫੇਰ ਉਹਨਾਂ ਦੇ ਉਜੜੇ ਚਿਹਰੇ ਤੇ ਖੁੱਸੇ ਵਾਲ ਵੇਖ ਕੇ ਮੈਂ ਆਪਣੇ ਆਪ ਨਾਲ ਪੱਕ ਕੀਤਾ ਕਿ ਐਤਕੀ ਜਾਮਨੂ ਦੇ ਕੀੜਿਆਂ ਦਾ ਕੋਈ ਨਾ ਕੋਈ ਉਪਾਅ ਕਰਕੇ ਹੀ ਪਰਤਾਂਗਾ। ਆਪਣੇ ਦਫ਼ਤਰ ਵਿੱਚ ਮੈਨੂੰ ਹਰ ਰੋਜ਼ ਸੈਂਕੜੇ ਲੋਕਾਂ ਨਾਲ ਮਿਲਣਾ ਹੁੰਦਾ ਸੀ। ਹਰ ਤਰ੍ਹਾਂ ਦੇ ਬੰਦਿਆਂ ਨੂੰ ਮਹਿਕਮੇ ਦੇ ਕੰਮ ਖਿੱਚ ਲਿਆਉਂਦੇ ਸਨ। ਕੁਝ ਬੰਦੇ ਅਜਿਹੇ ਵੀ ਹੁੰਦੇ ਜਿਨ੍ਹਾਂ ਨੂੰ ਬਿਨਾਂ ਕਿਸੇ ਕੰਮ ਹਰ ਰੋਜ਼ ਦਫ਼ਤਰ ਦਾ ਫੇਰਾ ਲਾਉਣ ਦੀ ਆਦਤ ਸੀ। ਉਹਨਾਂ ਵਿੱਚੋਂ ਇੱਕ ਬੜਾ ਹੀ ਮਿਸਕੀਨ ਜਿਹਾ ਅੱਧ-ਖੜ ਉਮਰ ਦਾ ਆਦਮੀ ਵੀ ਸੀ। ਅਸਲ ਨਾਂ ਤਾਂ ਖੌਰੇ ਕੀ ਸੀ। ਸਾਰੇ ਉਹਨੂੰ ਦੀਵਾਨਾ ਆਖਦੇ ਸਨ। ਉਹਦੀਆਂ ਕੁਝ ਹਰਕਤਾਂ ਵੀ ਦੀਵਾਨਿਆਂ ਵਰਗੀਆਂ ਹੀ ਸਨ। ਉਹ ਦਫ਼ਤਰ ਆਉਂਦਾ ਤਾਂ ਆਮ ਤੌਰ ਬਰਾਂਡੇ ਵਿੱਚ ਹੀ ਇੱਧਰ ਉੱਧਰ ਭੌਂਦਾ ਰਹਿੰਦਾ। ਕਿਸੇ ਦਿਨ ਦਫ਼ਤਰੀ ਵਕਤ ਵਿੱਚ 2-4 ਮਿੰਟਾਂ ਵਿੱਚ ਵੇਲਾ ਲੱਭਦਾ ਤਾਂ ਮੈਂ ਉਹਨੂੰ ਬੁਲਾ ਕੇ ਉਹਦੀਆਂ ਗੱਲਾਂ ਸੁਣਦਾ। ਉਹਦੇ ਲਈ ਉਹ ਬਹੁਤ ਖੁਸ਼ੀ ਦਾ ਮੌਕਾ ਹੁੰਦਾ ਕਿ ਉਹਨੇ ਇਲਾਕੇ ਦੇ ਅਫਸਰ ਨਾਲ ਗੱਪ ਲਾਈ। ਇਹਦਾ ਇਹ ਮਤਲਬ ਵੀ ਨਹੀਂ ਕਿ ਦੀਵਾਨਾ ਕਿਸੇ ਸਰਕਾਰੀ ਮਹਿਕਮੇ ਦੇ ਕਰਿੰਦਿਆਂ ਨਾਲ ਤਾਲੁਕ ਜੋੜ ਕੇ ਇਲਾਕੇ ਵਿੱਚ ਆਪਣੀ ਟੌਰ ਬਣਾਉਣਾ ਜਾਂ ਕੋਈ ਨਜਾਇਜ਼ ਫਾਇਦਾ ਉਠਾਉਣਾ ਚਾਹੁੰਦਾ ਸੀ। ਸਗੋਂ ਇਹ ਤਾਂ ਉਹਦੀ ਸ਼ਖਸੀਅਤ ਦਾ ਇੱਕ ਰੁਖ ਸੀ। ਕਿਉਂ ਜੇ ਦੂਜੇ ਪਾਸੇ ਉਹ ਉੱਥੇ ਦੇ ਸਭ ਤੋਂ ਵੱਡੇ ਸਿਆਸੀ ਆਗੂ, ਜਿਹੜਾ ਕਿ ਉਸ ਵੇਲੇ ਵਫਾਕੀ ਵਜ਼ੀਰ ਵੀ ਸੀ, ਉਹਦੀ ਖੁੱਲ੍ਹੇਆਮ ਮੁਖਾਲਫਤ ਕਰਨ ਬਾਰੋਂ ਸਾਰੇ ਸ਼ਹਿਰ ਵਿੱਚ ਮਸ਼ਹੂਰ ਸੀ। ਦੀਵਾਨਾ ਆਪ ਵਾਈ ਬੀਜੀ ਦੇ ਮਹਿਕਮੇ ਦਾ ਮੁਲਾਜ਼ਮ ਰਿਹਾ ਤੇ ਉਹਦੇ ਕੋਲ ਫਸਲਾਂ ਬਾਰੇ ਜਾਣਕਾਰੀ ਹੈ ਸੀ। ਐਤਕੀ ਉਹ ਮਿਲਿਆ ਤਾਂ ਉਹਨੇ ਮੈਨੂੰ ਇਹ ਵੀ ਦੱਸਿਆ ਕਿ ਉਹਦੀ ਇਸ ਕਸਬੇ ਦੇ ਲਾਗੇ ਇੱਕ ਪੈਲੀ ਹੈ ਜਿਹਦੇ ਆਲੇ ਦੁਆਲੇ ਉਸ ਵਜ਼ੀਰ ਦੀਆਂ ਜ਼ਮੀਨਾਂ ਨੇ। ਉਹ ਬੜੀ ਮਿਹਨਤ ਨਾਲ ਫਸਲ ਬੀਜਦਾ ਹੈ, ਪਰ ਜਦੋਂ ਫਸਲ ਦੇ ਨਿਸਰਨ ਦਾ ਵੇਲਾ ਆਉਂਦਾ ਹੈ ਤੇ ਉਹ ਵਜ਼ੀਰ, ਜਿਹੜਾ ਕਿ ਬਹੁਤ ਤਗੜਾ ਜਾਗੀਰਦਾਰ ਵੀ ਹੈ, ਉਹ ਆਪਣੀਆਂ ਫਸਲਾਂ ਵਿੱਚ ਕੀੜਿਆਂ ਤੋਂ ਬਚਾਉਣ ਲਈ ਸਪਰੇਅ ਕਰਾਉਂਦਾ ਹੈ, ਜਿਹਦਾ ਸਿੱਟਾ ਇਹ ਨਿਕਲਦਾ ਹੈ ਕਿ ਰਹਿੰਦੇ ਬਚੇ ਸਾਰੇ ਕੀੜੇ ਉੱਡ ਕੇ ਦੀਵਾਨੇ ਦੀ ਪੈਲੀ ਵਿੱਚ ਆ ਜਾਂਦੇ ਨੇ। ਕਿਉਂ ਜੇ ਉਹ ਬਹੁਤ ਗਰੀਬ ਹੈ, ਇਸ ਲਈ ਮਹਿੰਗੀਆਂ ਕੀੜੇ ਮਾਰ ਦਵਾਈਆਂ ਦਾ ਸਪਰੇਅ ਨਹੀਂ ਕਰਵਾ ਸਕਦਾ। ਤਦੇ ਹਰ ਸਾਲ ਉਹਦੀ ਫਸਲ ਤਬਾਹ ਹੋ ਜਾਂਦੀ ਹੈ।
ਉਹਨੇ ਬਹੁਤ ਹੀ ਜਜ਼ਬਾਤੀ ਅੰਦਾਜ਼ ਵਿੱਚ ਮੈਨੂੰ ਆਖਿਆ, ਜੇ ਮੈਂ ਮੋਢੇ ਪਿੱਛੇ ਚੁੱਕ ਕੇ ਚਲਾਉਣ ਵਾਲੀ ਇੱਕ ਸਪਰੇਅ ਮਸ਼ੀਨ ਦਾ ਮਾਲਕ ਬਣ ਜਾਵਾਂ ਤਾਂ ਫੇਰ ਮੇਰੀ ਹਯਾਤੀ ਦੇ ਬਹੁਤ ਸਾਰੇ ਮਸਲੇ ਹੱਲ ਹੋ ਸਕਦੇ ਨੇ। ਮੈਂ ਦੂਜੇ ਵਾਹੀਵਾਨਾਂ ਦੀਆਂ ਫਸਲਾਂ ਉੱਤੇ ਸਪਰੇਅ ਕਰਕੇ ਚੰਗੀ ਦਿਹਾੜੀ ਵੀ ਬਣਾ ਲਵਾਂਗਾ ਤੇ ਆਪਣੀ ਪੈਲੀ ਦੀ ਵੀ ਚੰਗੀ ਸਾਂਭ ਕਰ ਸਕਾਂਗਾ। ਫਿਰ ਉਹ ਸੋਚੀ ਡੁੱਬਾ ਬੋਲਿਆ, ਜਿੱਦਣ ਮੈਨੂੰ ਸਪਰੇਅ ਮਸ਼ੀਨ ਲੱਭ ਗਈ ਉਹ ਦਿਨ ਮੈਂ ਵੇਖਾਂਗਾ ਕਿ ਜ਼ਿਮੀਂਦਾਰ ਤੇ ਕਰਿੰਦੇ ਹਰ ਵਰੇ ਇੱਕ ਪੈਲੀ ਵਿੱਚੋਂ ਵੱਧ ਤੋਂ ਵੱਧ ਫਸਲ ਉਗਾਉਣ ਦਾ ਪਹਿਲਾ ਇਨਾਮ ਕਿਵੇਂ ਜਿੱਤਦੇ ਨੇ। ਉਹਦੀ ਹਰ ਸਿੱਧ ਵਿੱਚ ਫਸਲ ਬੂਟਿਆਂ ਨਾਲ ਮੁਹੱਬਤ ਤੇ ਜਾਗੀਰਦਾਰ ਵਜ਼ੀਰ ਨਾਲ ਨਫ਼ਰਤ ਲੁਕੀ ਹੋਈ ਲੱਭਦੀ ਸੀ। ਮੇਰੇ ਦਿਲ ਵਿੱਚ ਵੀ ਇੰਨੀ ਖਿੱਚ ਪੈਦਾ ਹੋਈ ਕਿ ਮੈਂ ਉਹਦੇ ਕੋਲੋਂ ਪੁੱਛ ਕੇ ਸਪਰੇਅ ਮਸ਼ੀਨ ਦੇ ਮੁੱਲ ਬਰਾਬਰ ਪੈਸੇ ਉਹਨੂੰ ਦੇ ਦਿੱਤੇ। ਇਹ ਦੱਸਣ ਦੀ ਲੋੜ ਨਹੀਂ ਕਿ ਆਪਣੀ ਹਯਾਤੀ ਦੀ ਸਭ ਤੋਂ ਵੱਡੀ ਰੀਝ ਪੂਰੀ ਹੋਣ ਤੇ ਉਹ ਕਿੰਨਾ ਖੁਸ਼ ਹੋਇਆ ਹੋਣਾ। ਉਹ ਉਸੇ ਦਿਨ ਹੀ ਗੁਜਰਾਂਵਾਲੇ ਚਲਾ ਗਿਆ ਤੇ ਪਿਛਲੇ ਪੈਰ ਪਰਤਿਆ ਤਾਂ ਉਹਦੇ ਮੋਢੇ ਪਿੱਛੇ ਸਪਰੇਅ ਮਸ਼ੀਨ ਲਮਕ ਰਹੀ ਸੀ। ਦਫ਼ਤਰ ਦਾ ਵੇਲਾ ਤਾਂ ਮੁੱਕ ਗਿਆ ਸੀ, ਪਰ ਉਹ ਖਾਸ ਤੌਰ ਆਪਣਾ ਇਹ ਕਾਰਨਾਮਾ ਵਿਖਾਉਣ ਲਈ ਮੇਰੀ ਰਿਹਾਇਸ਼ ਤੇ ਆਇਆ। ਸ਼ਾਮ ਤਿੱਕਰ ਉਸ ਪਿੰਡਾਂ ਵਰਗੇ ਸ਼ਹਿਰ ਵਿੱਚ ਇਹ ਮਸ਼ਹੂਰੀ ਹੋ ਚੁੱਕੀ ਸੀ ਕਿ ਦੀਵਾਨਾ ਇੱਕ ਸਪਰੇਅ ਮਸ਼ੀਨ ਦਾ ਮਾਲਕ ਬਣ ਗਿਆ ਹੈ। ਸਪਰੇਅ ਮਸ਼ੀਨ ਲੱਭ ਜਾਣ ਮਗਰੋਂ ਦੀਵਾਨੇ ਨੇ ਦਫ਼ਤਰ ਦੇ ਰੋਜ਼ ਫੇਰੇ ਮਾਰਨਾ ਛੱਡ ਦਿੱਤੇ। ਪਤਾ ਲੱਗਾ ਕਿ ਅੱਜਕੱਲ ਉਹ ਰੁੱਝਿਆ ਰਹਿੰਦਾ ਹੈ, ਪਰ ਉਹ ਹਫ਼ਤੇ ਵਿੱਚ ਇੱਕ ਅੱਧ ਵਾਰ ਵੇਲਾ ਕੱਢ ਕੇ ਮੈਨੂੰ ਮਿਲਣ ਜ਼ਰੂਰ ਆਉਂਦਾ। ਉਹ ਬੜਾ ਹੀ ਰਾਜ਼ੀ ਦਿਸਦਾ ਤੇ ਹਰ ਵਾਰੀ ਆਖਦਾ, ਜਨਾਬ ਮੈਂ ਤੁਹਾਡੀ ਕੋਈ ਇੰਜ ਦੀ ਸੇਵਾ ਕਰਨਾ ਚਾਹੁੰਦਾ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਹੁਣ ਭੁੱਲ ਨਹੀਂ ਸਕਦਾ, ਇਸ ਤਰ੍ਹਾਂ ਤੁਸੀਂ ਵੀ ਮੈਨੂੰ ਸਾਰੀ ਹਯਾਤੀ ਭੁਲਾ ਨਾ ਸਕੋ। ਪਰ ਮੈਨੂੰ ਕਦੇ ਕੋਈ ਅਜਿਹਾ ਕੰਮ ਨਾ ਸੋਚਦਾ। ਇੱਕ ਦਿਨ ਉਹ ਇਹੋ ਜਿਹੀਆਂ ਹੀ ਗੱਲਾਂ ਕਰ ਰਿਹਾ ਸੀ ਕਿ ਮੈਨੂੰ ਜਾਮਨੂ ਦਾ ਖਿਆਲ ਆ ਗਿਆ। ਮੈਂ ਸਮਝਦਾ ਸਾਂ ਕਿ ਉਹ ਬਾਕੀ ਬੂਟਿਆਂ ਬਾਰੇ ਘੱਟ ਹੀ ਕੁਝ ਜਾਣਦਾ ਹੈ। ਇਸ ਲਈ ਆਖਿਆ, ਯਾਰ ਤੂੰ ਫਸਲਾਂ ਬਾਰੇ ਤਾਂ ਵਾਵਾ ਕੁਝ ਜਾਣਦਾ ਹੈ, ਪਰ ਮੈਨੂੰ ਕਿਸੇ ਅਜਿਹੇ ਬੰਦੇ ਦਾ ਪਤਾ ਦੱਸ ਜਿਹੜਾ ਰੁੱਖਾਂ ਦਾ ਸਿਆਣਾ ਹੋਵੇ। ਉਹਨੇ ਮੈਥੋਂ ਸਬੱਬ ਪੁੱਛਿਆ ਤਾਂ ਮੈਂ ਉਹਨੂੰ ਜਾਮਨੂ ਦੇ ਕੀੜਿਆਂ ਬਾਰੇ ਵੇਰਵੇ ਨਾਲ ਦੱਸਿਆ। ਇਹ ਕੁਝ ਸੁਣ ਕੇ ਉਹ ਤਾਂ ਮੇਰੇ ਪਿੱਛੇ ਹੀ ਪੈ ਗਿਆ। ਸਾਹਿਬ, ਜਾਮਨੂ ਦਾ ਇਲਾਜ ਮੈਂ ਆਪੋ ਕਰਾਂਗਾ, ਵੇਖਣਾ ਇੱਕ ਵੀ ਕੀੜਾ ਨਹੀਂ ਬਚੇਗਾ। ਮੈਂ ਦਿਲੋਂ ਉਹਦੇ ਇਸ ਦਾਅਵੇ ਉੱਤੇ ਪੁੱਕਾ ਯਕੀਨ ਨਾ ਕੀਤਾ, ਪਰ ਫੇਰ ਵੀ ਜਿਹੜੀ ਕੀੜੇ ਮਾਰ ਦਵਾਈ ਖਰੀਦਣ ਦੀ ਉਹ ਸਲਾਹ ਦਿੱਤੀ, ਮੈਂ ਉਹਦੇ ਪੈਸੇ ਉਹਨੂੰ ਦੇ ਦਿੱਤੇ। ਅਗਲਾ ਹਫ਼ਤੇ ਦਾ ਆਖਰੀ ਦਿਨ ਸੀ, ਮੇਰਾ ਪਿੰਡ ਜਾਵਣ ਦਾ ਦਿਹਾੜਾ। ਉਸ ਦਿਨ ਮੈਂ 12 ਵਜੇ ਦਫ਼ਤਰੋਂ ਉੱਠ ਪਿਆ ਸਾਂ। ਡਰਾਈਵਰ ਨੇ ਜੀਪ ਅਜੇ ਸਟਾਰਟ ਹੀ ਕੀਤੀ ਸੀ ਕਿ ਇੱਕਦਮ ਕਿਤੋਂ ਨਿਕਲ ਕੇ ਦੀਵਾਨਾ ਸਾਹਮਣੇ ਆ ਗਿਆ ਤੇ ਮਗਰੋਂ ਦੀ ਹੋ ਕੇ ਹੰਬੜਾ ਮਾਰ ਕੇ ਜੀਪ ਉੱਤੇ ਚੜ ਗਿਆ। ਉਹਦੇ ਮੋਢੇ ਉੱਤੇ ਉਹੀਓ ਸਪਰੇਅ ਮਸ਼ੀਨ ਤੇ ਹੱਥਾਂ ਵਿੱਚ ਦਵਾਈ ਦੇ ਡੱਬੇ ਸਨ। ਮੇਰੇ ਨਾਲ ਸਟਾਫ ਤੇ ਕੁਝ ਬੰਦੇ ਸਨ। ਉਹ ਸਾਰੇ ਰਾਹ ਵਿੱਚ ਉਹਦੇ ਨਾਲ ਹਾਸਾ ਮਖੌਲ ਕਰਦੇ ਰਹੇ। ਪਿੰਡ ਆਪਣੇ ਤਾਂ ਜਦੋਂ ਅੱਬਾ ਜੀ ਤੇ ਨਾਨੀ ਨੂੰ ਪਤਾ ਲੱਗਿਆ ਕਿ ਮੇਰੇ ਦਫ਼ਤਰ ਦੇ ਬੰਦੇ ਤੇ ਜਾਮਨੂ ਦਾ ਇਲਾਜ ਕਰਨ ਵਾਲਾ ਸਿਆਣਾ ਮੇਰੇ ਨਾਲ ਆਇਆ ਹੈ ਤਾਂ ਉਹਨਾਂ ਦੇ ਧਰਤੀ ਉੱਤੇ ਪੈਰ ਨਹੀਂ ਸਨ ਲੱਗਦੇ। ਨਾਨੀ ਕਦੇ ਕਿਸੇ ਨੂੰ ਸਿਰ ਉੱਤੇ ਹੱਥ ਫੇਰਦੀ ਸੀ ਤੇ ਕਦੀ ਕਿਸੇ ਦੀ ਕੰਡ ਥਾਪੜਦੀ ਸੀ। ਨਾਨੀ ਦੀ ਤਾਂ ਖੈਰ ਸੀ, ਸਾਰੀਆਂ ਮਾਵਾਂ ਹੀ ਇਸੇ ਤਰ੍ਹਾਂ ਦੀਆਂ ਹੁੰਦੀਆਂ ਨੇ, ਪਰ ਮੇਰੇ ਮਹਿਕਮੇ ਦੇ ਮੁਲਾਜ਼ਮਾਂ ਨੂੰ ਬਹੁਤੀ ਸ਼ਰਮਸਾਰੀ ਅੱਬਾ ਜੀ ਦੇ ਰਵੱਈਏ ਤੋਂ ਹੋ ਰਹੀ ਸੀ। ਆਪਣਾ ਉਹ ਅਫਸਰ ਜਿਹਦੀ ਅੱਖ ਦੇ ਇਸ਼ਾਰੇ ਨਾਲ ਉਹ ਚਾਰੇ ਹੁਕਮ ਕਰਨ ਲਈ ਭੱਜ ਪੈਂਦੇ ਸਨ, ਅੱਜ ਉਹਨਾਂ ਦਾ ਬੁੱਢਾ ਪਿਓ ਉਹਨਾਂ ਦਾ ਨੌਕਰ ਬਣ ਕੇ ਉਹਨਾਂ ਦੀ ਸੇਵਾ ਕਰ ਰਿਹਾ ਸੀ। ਮੇਰੇ ਲਈ ਇਹ ਕੋਈ ਨਵੀਂ ਗੱਲ ਨਹੀਂ ਸੀ। ਅੱਗੇ ਵੀ ਕਦੇ ਮੇਰੇ ਦਫ਼ਤਰ ਦਾ ਚਪੜਾਸੀ ਵੀ ਘਰ ਆ ਜਾਂਦਾ ਤਾਂ ਅੱਬਾ ਜੀ ਉਹਨੂੰ ਫੜ ਕੇ ਕੁਰਸੀ ਉੱਤੇ ਬਿਠਾਉਂਦੇ ਤੇ ਹੱਥੀਂ ਸ਼ੈਵਾਂ ਲਿਆ ਕੇ ਖਵਾਉਂਦੇ ਪਿਆਉਂਦੇ। ਬਰਾਂਡੇ ਵਿੱਚ ਕੁਰਸੀਆਂ ਡੱਠੀਆਂ ਸਨ, ਸਾਰਿਆਂ ਨੂੰ ਉਹਨਾਂ ਉੱਤੇ ਬਿਠਾ ਦਿੱਤਾ ਗਿਆ ਸਿਵਾਏ ਦੀਵਾਨੇ ਦੇ, ਕਿਉਂ ਜੇ ਉਹ ਤਾਂ ਆਉਂਦਿਆਂ ਸਾਰੀ ਆਪਣੇ ਕੰਮ ਵਿੱਚ ਰੁੱਝ ਗਿਆ ਸੀ। ਉਹ ਜਾਮਨੂ ਦੇ ਚੁਫੇਰੇ ਭੌਂ ਕੇ ਉਹਦੀ ਪੂਰੀ ਪੜਚੋਲ ਕਰ ਰਿਹਾ ਸੀ। ਬਾਹਰ ਬਰਾਂਡੇ ਵਿੱਚ ਹੀ ਖਾਣੇ ਦਾ ਬੰਦੋਬਸਤ ਕੀਤਾ ਗਿਆ।
ਸਾਰੇ ਖਾ ਰਹੇ ਸਨ, ਪਰ ਦੀਵਾਨਾ ਅਜੇ ਵੀ ਜਾਮਨੂ ਦੇ ਦੁਆਲੇ ਫੇਰੇ ਲਾ ਰਿਹਾ ਸੀ। ਕਿੰਨੀ ਵਾਰੀ ਉਹਨੂੰ ਵੀ ਸੱਦਿਆ ਗਿਆ, ਪਰ ਉਹਨੇ ਕਿਸੇ ਦੀ ਗੱਲ ਨਾ ਗੌਲੀ। ਖਾਣੇ ਤੋਂ ਵਿਹਲਿਆਂ ਹੋ ਕੇ ਮੈਂ ਅਖਬਾਰ ਫੜੀ ਤੇ ਆਰਾਮ ਨਾਲ ਕੁਰਸੀ ਉੱਤੇ ਜਾ ਬੈਠਾ। ਮੈਨੂੰ ਫਾਰਗ ਵੇਖ ਕੇ ਦੀਵਾਨੇ ਨੇ ਜਾਮਨੂ ਦੁਆਲੇ ਫੇਰੇ ਮੁਕਾਏ ਤੇ ਕੋਲ ਆ ਕੇ ਬੋਲਿਆ, ਜਨਾਬ, ਇਸ ਜਾਮਨੂ ਨੂੰ ਡਾਣਾ ਦੀ ਨਹੀਂ, ਜੜ ਦੀ ਬਿਮਾਰੀ ਲੱਗੀ ਹੋਈ ਹੈ ਤੇ ਇਹ ਕੀੜੇ ਜੜ ਤੋਂ ਉੱਤੇ ਜਾ ਰਹੇ ਨੇ। ਮੈਨੂੰ ਪੱਕ ਸੀ ਉਹ ਐਵੇਂ ਟੇਵੇ ਲਾ ਰਿਹਾ ਹੈ। ਇਸ ਲਈ ਮੈਂ ਉਹਨੂੰ ਆਖਿਆ, ਬਿਮਾਰੀ ਭਾਵੇਂ ਡਾਣਾ ਦੀ ਏ ਜਾਂ ਜੜ ਦੀ, ਮੈਨੂੰ ਤਾਂ ਇਹਦਾ ਇਲਾਜ ਚਾਹੀਦਾ। ਮੈਂ ਤਾਂ ਜਾਮਨੂ ਨੂੰ ਵੱਲ ਹੋਇਆ ਵੇਖਣਾ ਚਾਹੁੰਦਾ। ਸਾਹਿਬ, ਇੱਕ ਵਾਰ ਰੋਗ ਦਾ ਪੱਕ ਪਤਾ ਲੱਗ ਜਾਏ ਤਾਂ ਉਹਦਾ ਇਲਾਜ ਕਰਨਾ ਕੋਈ ਔਖਾ ਕੰਮ ਨਹੀਂ ਰਹਿੰਦਾ। ਇਸ ਜਾਮਨੂ ਦੀਆਂ ਜੜ੍ਹਾਂ ਵਿੱਚ ਪੈਦਾ ਹੋਣ ਵਾਲੇ ਕੀੜੇ ਵਿੱਚੋਂ ਵਿੱਚ ਦੋਹਾਂ ਡਾਹਣਾਂ ਰਾਹੀਂ ਉੱਤੇ ਤੀਕਰ ਜਾ ਕੇ ਸਾਰੇ ਬੂਟੇ ਨੂੰ ਅੰਦਰੋਂ ਖਾ ਰਹੇ ਨੇ। ਮੈਂ ਉਹਨਾਂ ਦਾ ਖੁਰਾ ਕੱਢ ਲਿਆ ਹੈ। ਹੁਣ ਮੈਂ ਸਾਰੇ ਕੀੜਿਆਂ ਦਾ ਸੌਖੇ ਵੀ ਮਾਰ ਦਿਆਂਗਾ। ਤੁਸੀਂ ਮੇਰੇ ਨਾਲ ਕੰਮ ਕਰਨ ਲਈ 2 ਕਾਮੇ ਦੇ ਦਿਓ, ਫਿਰ ਵੇਖਣਾ ਇੱਥੇ ਤਮਾਸ਼ਾ ਕੀ ਹੁੰਦਾ ਹੈ। ਉਹ ਬੜੇ ਹੰਮੇ ਨਾਲ ਬੋਲਿਆ, ਤੇਰੇ ਨਾਲ ਕੰਮ ਕਰਨ ਲਈ ਬਹੁਤ ਕਾਮੇ ਹਨ, ਪਰ ਪਹਿਲੋਂ ਤੂੰ ਰੋਟੀ ਤਾਂ ਖਾ ਲੈ। ਮੈਂ ਆਖਿਆ, ਪਰ ਉਹ ਤਾਂ ਛੇਤੀ ਤੋਂ ਛੇਤੀ ਆਪਣੀ ਗੱਲ ਸਾਬਤ ਕਰਨ ਦੇ ਚੱਕਰ ਵਿੱਚ ਸੀ, ਇਸ ਲਈ ਉਹਨੇ ਮੇਰੀ ਗੱਲ ਵੀ ਨਾ ਸੁਣੀ। ਮੈਂ ਘਰ ਦੇ ਮੁਲਾਜ਼ਮਾਂ ਨੂੰ ਬੁਲਾਇਆ ਤੇ ਉਹ ਉਹਦੇ ਨਾਲ ਜਾਮਨੂ ਥੱਲੇ ਕੰਮ ਕਰਨ ਲੱਗ ਪਏ। ਮੈਂ ਵੇਖਿਆ ਉਹ ਸਾਰੇ ਰਲ ਕੇ ਰੰਬੀਆਂ ਕਈਆਂ ਨਾਲ ਜਾਮਨੂ ਦੇ ਮੁੱਢ ਤੋਂ ਮਿੱਟੀ ਪੱਟ ਕੇ ਉਹਦੀਆਂ ਜੜ੍ਹਾਂ ਨੰਗੀਆਂ ਕਰਨ ਦਾ ਯਤਨ ਕਰ ਰਹੇ ਸਨ। ਮੈਨੂੰ ਉਹਨਾਂ ਦੀ ਇਹ ਹਰਕਤ ਅਚਰਜ ਲੱਗੀ, ਪਰ ਮੈਂ ਦੀਵਾਨੇ ਦੇ ਕਿਸੇ ਕੰਮ ਵਿੱਚ ਮੁਦਾਖਲਤ ਕਰਨੀ ਵੀ ਪਸੰਦ ਨਾ ਕੀਤੀ। ਅਖਬਾਰ ਪੜ੍ਹਨ ਵਿੱਚ ਰੁੱਝ ਗਿਆ। ਕੰਮ ਕਰਨ ਵਾਲਿਆਂ ਵਿੱਚ ਅਚਨਚੇਤ ਪਏ ਰੌਲੇ ਨਾਲ ਮੇਰਾ ਤਰਾਹ ਨਿਕਲ ਗਿਆ। ਮੈਂ ਅਖਬਾਰ ਤੋਂ ਧਿਆਨ ਚੁੱਕਿਆ ਤਾਂ ਵੇਖਿਆ ਦੀਵਾਨਾ ਪਾਗਲਾਂ ਹਾਰ ਭੱਜਾ ਮੇਰੇ ਵੱਲ ਆ ਰਿਹਾ ਹੈ। ਮੇਰੇ ਕੋਲ ਅੱਪੜ ਦੇ ਸਾਰੀ ਮੂੰਹ ਵਿੱਚੋਂ ਥੁੱਕ ਉਡਾਉਂਦਾ ਉਹ ਬੋਲਿਆ, ਉੱਠੋ ਸਾਹਿਬ, ਉੱਠੋ, ਛੇਤੀ ਆਓ, ਛੇਤੀ ਛੇਤੀ ਛੇਤੀ, ਬੜਾ ਵੇਖਣ ਵਾਲਾ ਨਜ਼ਾਰਾ ਜੇ। ਮੈਂ ਜਾਮਨੂ ਕੋਲ ਗਿਆ। ਉਹਨਾਂ ਸਾਰਿਆਂ ਰਲ ਕੇ ਜਾਮਨੂ ਥੱਲੇ ਕੋਈ 3-3 ਫੁੱਟ ਡੂੰਘਾ ਟੋਇਆ ਮਾਰਿਆ ਹੋਇਆ ਸੀ ਤੇ ਜ਼ਮੀਨ ਵਿੱਚ ਜਾਮਨੂ ਦੀਆਂ ਇੱਧਰ ਉੱਧਰ ਪਸਰੀਆਂ ਜੜ੍ਹਾਂ ਸਾਫ਼ ਨਜ਼ਰ ਆ ਰਹੀਆਂ ਸਨ। ਜਨਾਬ, ਉੱਠ ਕੇ ਜਾਮਨੂ ਦੇ ਡਾਹਣਾਂ ਥੱਲੇ ਜੜ੍ਹਾਂ ਦੇ ਅੰਦਰ ਪਾਸੇ ਵੇਖੋ, ਦੀਵਾਨਾ ਬੋਲਿਆ। ਮੈਂ ਜ਼ਮੀਨ ਉੱਤੋਂ ਬਹਿ ਕੇ ਗੋਡਿਆਂ ਉੱਤੇ ਹੱਥ ਰੱਖ ਕੇ ਆਪਣਾ ਸਿਰ ਰੱਤਾ ਕੁਆਸਾ ਕੀਤਾ ਤੇ ਜਾਮਨੂ ਦੇ ਡਾਹਣਾਂ ਵਿੱਚੋਂ ਥੱਲੇ ਜੜ੍ਹਾਂ ਨਿਕਲਣ ਵਾਲੀ ਥਾਂ ਦੇ ਅੰਦਰ ਵੱਲ ਵੇਖਿਆ। ਉਫ, ਮੇਰੇ ਖੁਦਾਇਆ, ਜੜ੍ਹਾਂ ਦੇ ਵਿਚਕਾਰ ਇੱਕ ਵੱਡਾ ਸਾਰਾ ਸਫੈਦ ਜਾਲਾ ਤਣਿਆ ਹੋਇਆ ਸੀ ਤੇ ਉਹ ਕੁਰਬਲ ਕਰਤੇ ਅਣਗਿਣਵੇਂ ਕੀੜਿਆਂ ਤੇ ਉਹਨਾਂ ਦੇ ਬੱਚਿਆਂ ਨਾਲ ਭਰਿਆ ਹੋਇਆ ਸੀ। ਮੈਨੂੰ ਤਾਂ ਉਹ ਜਾਲਾ ਕਿਸੇ ਕੋਹੇ ਗਏ ਜਾਨਵਰ ਦੇ ਢਿੱਡ ਵਿੱਚੋਂ ਨਿਕਲੀ ਪਿਲ ਕਰਦੀ ਗਲੀਜ਼ ਉਜੜੀ ਵਰਗਾ ਲੱਗਾ ਤੇ ਫੇਰ ਉਹਦੇ ਵਿੱਚ ਰੇਂਗਦੇ ਹਜ਼ਾਰਾਂ ਉਪਲੇ ਵਜੂਦ ਤੇ ਉਹਨਾਂ ਦੀਆਂ ਕਈ ਲੱਤਾਂ। ਦੂਜੀ ਨਜ਼ਰ ਉਧਰ ਵੇਖਣ ਦੀ ਮੇਰੇ ਵਿੱਚ ਹਿੰਮਤ ਨਾ ਰਹੀ। ਮੈਂ ਸਿੱਧਾ ਹੋ ਕੇ ਪਰਾਂ ਜਾ ਖਲੋਤਾ। ਵਾਕਈ ਜਾਮਨੂ ਦੀਆਂ ਜੜ੍ਹਾਂ ਕੀੜਿਆਂ ਦਾ ਘਰ ਬਣ ਗਈਆਂ ਸਨ। ਅੱਖੀ ਸਭ ਕੁਝ ਵੇਖ ਕੇ ਇਹ ਲਫ਼ਜ਼ ਆਪਣੇ ਆਪ ਮੇਰੀ ਜ਼ੁਬਾਨ ਉੱਤੇ ਆ ਗਏ। ਇਹ ਜੜ ਦੇ ਕੀੜੇ ਪਤਾ ਨਹੀਂ ਕਦੋਂ ਦੇ ਇਸ 2 ਡਾਹਣਾਂ ਵਾਲੇ ਰੁੱਖ ਨੂੰ ਅੰਦਰੋਂ ਅੰਦਰ ਸੁਕਾ ਰਹੇ ਸਨ, ਪਰ ਅਜੇ ਤੀਕ ਉਹ ਬਚਿਆ ਹੋਇਆ ਸੀ। ਮੈਨੂੰ ਹੁਣ ਡਾਢੀ ਹੈਰਾਨੀ ਹੋਈ। ਮੈਂ ਦੀਵਾਨੇ ਨੂੰ ਕੋਲ ਬੁਲਾ ਕੇ ਆਖਿਆ, ਕੀ ਤੂੰ ਇਹਨਾਂ ਨੈਸ਼ ਕੀੜਿਆਂ ਨੂੰ ਮਾਰਨ ਲਈ ਕੋਈ ਖਾਸ ਜ਼ਹਿਰੀਲੀ ਦਵਾਈ ਲਿਆਂਦੀ ਹੈ? ਜਨਾਬ, ਕੀੜੇ ਭਾਵੇਂ ਜੜ ਦੇ ਹੋਣ ਜਾਂ ਡਾਂਢ ਦੇ, ਦਵਾਈ ਇੱਕ ਹੀ ਹੁੰਦੀ ਹੈ। ਫਰਕ ਨਿਰਾ ਇੰਨਾ ਹੈ ਕਿ ਜੜ ਦੇ ਕੀੜੇ ਮਾਰਨ ਲਈ ਦਵਾਈ ਵੀ ਜੜ ਵਿੱਚ ਹੀ ਪਾਈ ਜਾਂਦੀ ਹੈ। ਦੀਵਾਨੇ ਨੇ ਬੜਾ ਸੂਝਵਾਨਾਂ ਵਾਲਾ ਜਵਾਬ ਦਿੱਤਾ।
मगरों उन्हां इंज ही कीता, बिना कोई क्रैज कीते अपने हत्थां नाल जड़ां विचों कीड़ियां दे आंडियां ते बच्चियां नाल भरिया जाड़ा बड़े ध्यान नाल बाहर कढिया। ਇਹਦੇ मगरों जड़ां दे अंदर कीड़े मार दवाई दा खूब स्प्रे कीता ते बाद विच चंगी चोखी सुक्की दवाई भर के उन्हां जड़ां उत्ते मिट्टी पा के जामनू दा मुੱਢ पद्धरा कर दिता। हुण ਉਹ ਮੋਢੇ उत्ते स्प्रे मशीन धर के बूटे दीयां डाहणियां वल हो गया। ਉਹਨੇ ਦੋਹਾਂ डाहणां ते उन्हां दीयां सारियां लगरां ते पत्तरां उत्ते चंगी तरह कीड़े मार दवाई दा स्प्रे कीता। ਇਹ ਕੰਮ ਤੋੜ ਚੜਿਆ ਤਾਂ ਉਹਨੇ ਜਾਮਨੂ ਦੀ ਕਿਆਰੀ ਨੂੰ ਪਾਣੀ ਨਾਲ ਭਰ ਦਿੱਤਾ ਤੇ ਮੇਰੇ ਕੋਲ ਆ ਕੇ ਆਖਣ ਲੱਗਾ, ਜਾਮਨੂ ਦੀਆਂ ਡਾਹਣੀਆਂ ਵਿੱਚ ਮੋਰੀਆਂ ਬਣਾ ਕੇ ਲੁਕੇ ਕੀੜਿਆਂ ਨੂੰ ਲੱਭ ਕੇ ਮਾਰ ਦੀ ਹੁਣ ਕੋਈ ਲੋੜ ਨਹੀਂ। ਜੜਾਂ ਵਿੱਚ ਪਈ ਹੋਈ ਦਵਾਈ ਪਾਣੀ ਵਿੱਚ ਖੁਰ ਕੇ ਜੜ ਰਾਹੀਂ ਜਜ਼ਬ ਹੋ ਕੇ ਬੂਟੇ ਦੇ ਅੰਦਰੋਂ ਅੰਦਰ ਉਤਾਂ ਚੜ ਕੇ ਤੇ ਆਪਣੇ ਰਾਹ ਵਿੱਚ ਆਉਣ ਵਾਲੇ ਸਾਰੇ ਕੀੜਿਆਂ ਨੂੰ ਮਾਰਦੀ ਚਲੀ ਜਾਵੇਗੀ। ਆਪਣਾ ਕੰਮ ਮੁਕਾ ਕੇ ਦੀਵਾਨੇ ਨੇ ਰੱਜ ਕੇ ਟੁੱਕਰ ਵੀ ਖਾਧਾ ਤੇ ਅੱਬਾ ਜੀ ਤੇ ਨਾਨੀ ਦੀਆਂ ਢੇਰੋ ਢੇਰ ਦੁਆਵਾਂ ਵੀ ਲਈਆਂ, ਪਰ ਮੇਰੇ ਵੱਲੋਂ ਕੋਈ ਨਜ਼ਰਾਨਾ ਲੈਣਾ ਪਸੰਦ ਨਾ ਕੀਤਾ। ਮੈਂ ਸਮਝ ਗਿਆ ਕਿ ਉਹਨੇ ਇਹ ਸਭ ਕੁਝ ਕਰਕੇ ਸਪਰੇ ਮਸ਼ੀਨ ਖਰੀਦਣ ਲਈ ਪੈਸੇ ਦੇਣ ਦਾ ਮੇਰਾ ਅਹਿਸਾਨ ਲਾਇਆ ਹੈ। ਇਸ ਲਈ ਮੈਂ ਵੀ ਬਹੁਤਾ ਭਾਰ ਨਾ ਪਾਇਆ। ਸ਼ਾਮ ਵੇਲੇ ਦੀਵਾਨਾ ਤਾਂ ਦੂਜੇ ਕਰਿੰਦਿਆਂ ਨਾਲ ਆਪਣੇ ਸ਼ਹਿਰ ਵੱਲ ਟੁਰ ਗਿਆ ਤੇ ਮੈਂ ਡਾਢੀ ਬੇਚੈਨੀ ਨਾਲ ਵੇਲਾ ਲੰਘਣ ਦੀ ਉਡੀਕ ਕਰਨ ਲੱਗ ਪਿਆ। ਇੱਕ ਗੱਲ ਮੈਂ ਤਾੜੀ ਸੀ, ਦੀਵਾਨੇ ਨੇ ਜਾਮਨੂ ਦੀਆਂ ਲਗਰਾਂ ਤੇ ਪੱਤਰਾਂ ਉੱਤੇ ਬਾਹਰ ਵੱਲੋਂ ਆਪਣਾ ਸਪਰੇ ਕੀਤਾ ਸੀ ਤੇ ਰੁੱਖ ਤੋਂ ਦਵਾਈ ਨੁਚੜਨ ਡੈ ਪਈ ਸੀ, ਪਰ ਇਹਦੇ ਬਾਵਜੂਦ ਉਹਦੀਆਂ ਡਾਹਣੀਆਂ ਦੇ ਅੰਦਰ ਵੜੇ ਹੋਏ ਕੀੜਿਆਂ ਵਿੱਚੋਂ ਇੱਕ ਵੀ ਬਾਹਰ ਨਾ ਨਿਕਲਿਆ। ਮੇਰਾ ਖਿਆਲ ਸੀ ਕਿ ਥੋੜਾ ਬਹੁਤ ਇਸ ਸਪਰੇ ਦਾ ਵੀ ਅਸਰ ਹੋਣਾ ਚਾਹੀਦਾ ਸੀ, ਪਰ ਲੱਗਦਾ ਸੀ ਕਿ ਡਾਹਣਾਂ ਵਿੱਚ ਲੁਕੇ ਪੁਰਾਣੇ ਕੀੜੇ ਇਸ ਦਵਾਈ ਦੀ ਜ਼ਹਿਰੀਲੀ ਹਵਾੜ ਨੂੰ ਬਰਦਾਸ਼ਤ ਕਰ ਗਏ ਸਨ। ਮੈਂ ਦੀਵਾਨੇ ਦੇ ਇਲਾਜ ਬਾਰੇ ਇੱਕ ਵਾਰ ਫੇਰ ਸ਼ੱਕ ਵਿੱਚ ਪੈ ਗਿਆ। ਅਗਲੇ ਦਿਨ ਮੈਂ ਸਵੇਰੇ ਉੱਠਿਆ ਤਾਂ ਵਿਹੜੇ ਵਿੱਚ ਰੌਲਾ ਪਿਆ ਹੋਇਆ ਸੀ। ਬਾਹਰ ਨਿਕਲਿਆ ਤਾਂ ਅਜੀਬ ਨਜ਼ਾਰਾ ਵੇਖਿਆ। ਅੱਬਾ ਜੀ ਤੇ ਨਾਨੀ ਹੋਰੀ ਆਪਣੇ ਆਪਣੇ ਕੁਕੜੀਆਂ ਕੁੱਕੜ ਤੇ ਚੂਚੇ ਤਰਾ ਘਰੋਂ ਬਾਹਰ ਪਏ ਕੱਢਦੇ ਸਨ, ਪਰ ਉਹ ਫੇਰ ਕਿਸੇ ਪਾਸਿਓਂ ਰਾਹ ਬਣਾ ਕੇ ਵਿਹੜੇ ਵਿੱਚ ਆ ਵੜਦੇ ਸਨ ਤੇ ਭੱਜ ਜਾਮਨੂ ਦੀ ਕਿਆਰੀ ਵੱਲ ਜਾਂਦੇ ਸਨ। ਮੈਂ ਕਿਆਰੀ ਕੋਲ ਗਿਆ ਤਾਂ ਵੇਖਿਆ ਕਿ ਉਹਦੇ ਵਿੱਚ ਮੋਏ ਤੇ ਅੱਧ ਮੋਏ ਹੋਏ ਕੀੜਿਆਂ ਦੀਆਂ ਢਿੜਾਂ ਲੱਗੀਆਂ ਹੋਈਆਂ ਸਨ। ਰਾਤੀ ਪਾਣੀ ਖਲੋਤਾ ਰਹਿਣ ਪਾਰੋਂ ਕਿਆਰੀ ਵਿੱਚ ਚਿੱਕੜ ਹੋ ਗਿਆ ਸੀ ਤੇ ਜਿਹੜੇ ਕੀੜੇ ਅਜੇ ਨਹੀਂ ਸਨ ਮੋਏ ਉਹ ਇਸ ਚਿੱਕੜ ਵਿੱਚ ਲਿਬੜ ਕੇ ਆਪਣੀਆਂ ਕਈ ਲੱਤਾਂ ਨਾਲ ਟੁਰਦੇ ਲਕੀਰਾਂ ਬਣਾ ਰਹੇ ਸਨ। ਕੁਕੜੀਆਂ ਕੁੱਕੜ ਉਹਨਾਂ ਨੂੰ ਖਾਣ ਲਈ ਭੱਜ ਆਉਂਦੇ ਸਨ, ਪਰ ਦੋਹਾਂ ਵਟਕਿਆਂ ਨੂੰ ਪਤਾ ਸੀ ਕਿ ਉਹ ਕੀੜੇ ਜ਼ਹਿਰ ਭਰੇ ਨੇ, ਇਸ ਲਈ ਉਹ ਉਹਨਾਂ ਨੂੰ ਡੱਕ ਦਿੰਦੇ ਸਨ। ਜਾਮਨੂ ਉੱਤੇ ਤੇ ਮਕਾਨ ਦੇ ਬਨੇਰੇ ਉੱਤੇ ਕਾਂ ਵੀ ਵੱਡੀ ਗਿਣਤੀ ਵਿੱਚ ਬੈਠੇ ਸਨ ਤੇ ਜਦੋਂ ਕਿਸੇ ਦਾ ਦਾ ਲੱਗਦਾ ਉਹ ਝਰਾਟ ਮਾਰ ਕੇ ਇੱਕ ਦੋ ਕੀੜੇ ਚੁੱਕ ਉੱਡਦਾ। ਡਾਹਣਾਂ ਤੇ ਸ਼ਾਖਾਂ ਤੋਂ ਕੀੜੇ ਡਿੱਗਣ ਦਾ ਸਿਲਸਿਲਾ ਅਜੇ ਤਿੱਕਰ ਜਾਰੀ ਸੀ। ਉਹ ਇੰਜ ਮੋਰੀਆਂ ਵਿੱਚੋਂ ਆਪਣੇ ਆਪ ਬਾਹਰ ਨਿਕਲ ਭੌਂ-ਭੁਆਟੀਆਂ ਖਾਂਦੇ ਥੱਲੇ ਡਿੱਗਦੇ ਸਨ, ਜਿਵੇਂ ਕੋਈ ਉਹਨਾਂ ਨੂੰ ਟਾਹਣਾਂ ਵਿੱਚੋਂ ਬਾਹਰ ਧਿੱਕ ਰਿਹਾ ਹੋਵੇ। ਕਿੰਨਾ ਹੀ ਚਿਰ ਕੀੜਿਆਂ ਦਾ ਇਹ ਮੀਂਹ ਵਸਦਾ ਰਿਹਾ। ਦੁਪਹਿਰ ਤਿੱਕਰ ਜਾਮਨੂ ਤੋਂ ਕੀੜਿਆਂ ਦਾ ਪੂਰਾ ਸਫਾਇਆ ਹੋ ਚੁੱਕਿਆ ਸੀ। ਘਰ ਦੇ ਮੁਲਾਜ਼ਮਾਂ ਦੀ ਮਦਦ ਨਾਲ ਮੈਂ ਕਿਆਰੀ ਦੇ ਚਿੱਕੜ ਵਿੱਚ ਫਸੇ ਹੋਏ ਤੇ ਅੱਧ ਮੋਏ ਕੀੜਿਆਂ ਨੂੰ ਪੂੰਝ ਕੇ ਇਕੱਠਾ ਕਰਵਾਇਆ ਤੇ ਪਿੰਡੋਂ ਬਾਹਰ ਇੱਕ ਡੂੰਘਾ ਟੋਇਆ ਕਢਵਾ ਕੇ ਉਹਦੇ ਵਿੱਚ ਡੁਬਵਾ ਦਿੱਤੇ। ਖੜਕਾਰ ਹੋਇਆ। ਮੈਂ ਉਹਦਾ ਧਿਆਨ ਕੀਤਾ। ਮੇਰੇ ਕੋਲ ਨਿੱਕਾ ਭਰਾ ਖਲੋਤਾ ਸੀ। ਉਹ ਆਖਣ ਲੱਗਾ,
ਭਾਈ ਜੀ ਚੰਗੀ ਗੱਲ ਹੈ। ਮੈਂ ਤੁਹਾਨੂੰ ਪੁੱਛਿਆ ਸੀ ਕਿ ਜਾਮਨੂੰ ਦੀਆਂ ਟਾਹਣੀਆਂ ਵਿੱਚ ਲੱਗੇ ਕੀੜਿਆਂ ਦਾ ਤੁਸਾਂ ਕਿੰਜ ਇਲਾਜ ਕਰਵਾਇਆ ਸੀ, ਪਰ ਤੁਸੀਂ ਤਾਂ ਬਿਨਾਂ ਕੁਝ ਦੱਸੇ ਹੀ ਇੱਥੇ ਆ ਕੇ ਲਿਖਣ ਬਹਿ ਗਏ ਹੋ। ਪਲੀਜ਼ ਦੱਸੋ, ਉਦੋਂ ਤੁਸਾਂ ਕਿਹੜੀ ਕੀੜੇ ਮਾਰ ਦਵਾਈ ਵਰਤੀ ਸੀ? ਮੈਂ ਆਖਿਆ, ਵੀਰ, ਮੈਂ ਆਪਣੇ ਜਾਮਨੂੰ ਨੂੰ ਚੰਗੀ ਤਰ੍ਹਾਂ ਵੇਖ ਲਿਆ ਹੈ। ਇਹਦੇ ਦੋਵੇਂ ਡਾਂਣ ਮੋਰੀਓ ਮੋਰੀ ਹੋਏ ਪਏ ਨੇ। ਸੱਚਮੁੱਚ ਇੱਕ ਵਾਰੀ ਫੇਰ ਖਤਰਨਾਕ ਕੀੜੇ ਇਹਦੀਆਂ ਜੜ੍ਹਾਂ ਅੰਦਰ ਘਰ ਬਣਾਉਣ ਵਿੱਚ ਕਾਮਯਾਬ ਹੋ ਗਏ ਨੇ ਤੇ ਉਹ ਹੁਣ ਅੰਦਰੋਂ ਅੰਦਰ ਖਾ ਕੇ ਇਹਨੂੰ ਮੁਕਾ ਰਹੇ ਨੇ। ਨਾਲ ਹੀ ਮੈਨੂੰ ਕਈ ਵਰ੍ਹੇ ਪਹਿਲੋਂ ਸੁਣੀਆਂ ਅੰਮਾ ਜੀ ਤੇ ਦੀਵਾਨੇ ਦੀਆਂ ਕੁਝ ਗੱਲਾਂ ਚੇਤੇ ਆ ਗਈਆਂ ਤੇ ਮੈਂ ਆਖਿਆ, ਜਾਮਨੂੰ ਦੇ ਕੀੜੇ ਮੁਕਾਉਣ ਲਈ ਉਹਦੀਆਂ ਡਾਹਣੀਆਂ ਚੀਰਨੀਆਂ ਨਹੀਂ ਸ਼ੁਰੂ ਹੋ ਜਾਈਆਂ। ਪਹਿਲੋਂ ਕੀੜਿਆਂ ਦਾ ਅਸਲ ਘਰ ਲੱਭੀਦਾ ਹੈ ਤੇ ਜੇ ਇਹ ਸਾਬਤ ਹੋ ਜਾਵੇ ਕਿ ਉਹ ਜੜ ਦੇ ਕੀੜੇ ਨੇ ਤਾਂ ਫੇਰ ਵੀ ਉੱਕਾ ਪਰੇਸ਼ਾਨ ਨਹੀਂ ਹੋਣਾ ਚਾਹੀਦਾ। ਜੜ ਦੇ ਕੀੜਿਆਂ ਨੂੰ ਮਾਰਨ ਲਈ ਵੀ ਕਿਸੇ ਖਾਸ ਦਵਾਈ ਦੀ ਲੋੜ ਨਹੀਂ ਹੁੰਦੀ। ਆਮ ਕੀੜੇ ਮਾਰ ਦਵਾਈ ਹੀ ਕੰਮ ਦੇ ਜਾਂਦੀ ਹੈ। ਫਰਕ ਨਿਰਾ ਇੰਨਾ ਹੁੰਦਾ ਹੈ ਕਿ ਇਹ ਦਵਾਈ ਰੋਗੀ ਬੂਟੇ ਦੀਆਂ ਜੜ੍ਹਾਂ ਵਿੱਚ ਪਾਈ ਦੀ